ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੱਕ ਨਵੇਂ ਐਫਰਟਸ ਦੇ ਤਹਿਤ ਸਪੈਸ਼ਲੀ ਉਹਨਾਂ ਬੱਚਿਆਂ ਵਾਸਤੇ ਪੰਜਾਬੀ ਮੀਡੀਅਮ 'ਚ ਮੈਥ ਲੈ ਕੇ ਆ ਰਹੇ ਹਾਂ ਜਿਹੜੇ ਬੱਚੇ ਗਰੁੱਪ ਸੀ ਲੈਵਲ ਦੇ ਪੇਪਰ ਦੇ ਰਹੇ ਆ, ਚਾਹੇ ਉਹ PS ਟੈਟ ਪੇਪਰ 1 ਹੋਵੇ, ਚਾਹੇ ਉਹਨਾਂ ਦਾ ਪੇਪਰ PSSB ਬੋਰਡ ਦੁਆਰਾ ਲਿਆ ਜਾਂਦਾ ਹੋਵੇ, ਅਤੇ ਚਾਹੇ ਇਸ ਲੈਵਲ ਦੇ ਪੇਪਰ। ਅਤੇ ਓਬਵੀਅਸ ਜੀ ਗੱਲ ਆ, ਉੱਥੇ ਆ ਕੇ ਮੈਥ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਦਾਇਰੇ ਤੋਂ ਬਾਹਰ ਹੋ ਜਾਂਦੀਆਂ। ਸੋ ਅੱਜ ਅਸੀਂ ਬਿਨਾਂ ਸਮਾਂ ਖਰਾਬ ਕਰੇ ਇਸ ਮੈਥ ਦੀ ਸ਼ੁਰੂਆਤ ਕਰਦੇ ਹਾਂ। ਇਸ ਮੈਥ ਦੀ ਮੇਨ ਸ਼ਰਤ ਇਹ ਰਹੂਗੀ ਕਿ ਇਹ ਮੈਥ ਦਾ ਜਿਹੜਾ ਕੋਰਸ ਮੈਂ ਹੁਣ ਸ਼ੁਰੂ ਕਰ ਰਿਹਾ ਇਹ ਪਿਓਰ ਪੰਜਾਬੀ ਮਾਧਿਅਮ 'ਚ ਰਹੂਗਾ, ਅਤੇ ਪੰਜਾਬੀ ਮੀਡੀਅਮ ਨੂੰ ਵਿਸ਼ੇਸ਼ ਮੰਨ ਕੇ ਇੰਗਲਿਸ਼ ਨੂੰ ਸੈਕੰਡਰੀ ਮਤਲਬ ਦੂਜੇ ਦਰਜੇ ਦੀ ਭਾਸ਼ਾ ਮੰਨ ਕੇ ਇਹਦੇ 'ਚ ਤਿਆਰੀ ਕਰਾਈ ਜਾਊਗੀ। ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ, ਆਪਾਂ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਬੇਸਿਕ ਮੈਥ ਤੋਂ ਕਿ ਬੇਸਿਕ ਮੈਥ ਕੀ ਹੈ। ਸੋ ਹੋ ਸਕੇ ਤਾਂ ਤੁਸੀਂ ਨਾਲ ਨਾਲ ਚੀਜ਼ਾਂ ਨੂੰ ਨੋਟ ਵੀ ਕਰੀ ਜਾਇਓ, ਅਤੇ ਇਹ ਵੀ ਕੋਸ਼ਿਸ਼ ਰਹੂਗੀ ਕਿ ਇਹ ਸ਼ੀਟਸ ਜਿਹੜੀਆਂ ਨੇ ਤੁਹਾਡੇ ਤੱਕ ਇਹਨਾਂ ਦੀ ਪਹੁੰਚ ਵੀ ਹੋ ਜੇ। ਦੇਖੋ, ਸਭ ਤੋਂ ਪਹਿਲਾਂ ਅਸੀਂ ਬੇਸਿਕ ਮੈਥ ਨੂੰ ਸ਼ੁਰੂ ਕਰਦੇ ਹਾਂ। ਤਾਂ ਅਸੀਂ ਜਦੋਂ ਵੀ ਬੇਸਿਕ ਮੈਥ ਨੂੰ ਸ਼ੁਰੂ ਕਰਦੇ ਹਾਂ ਤਾਂ ਬੇਸਿਕ ਮੈਥ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਸ ਨੰਬਰ ਰੇਖਾ ਨੂੰ ਸਾਨੂੰ ਸਮਝਣਾ ਪੈਣਾ ਹੈ। ਇਸ ਨੰਬਰ ਰੇਖਾ ਨੰਬਰ ਲਾਈਨ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਇਹਦੇ ਬਿਲਕੁਲ ਸੈਂਟਰ 'ਚ, ਭਾਵ ਕਿ ਕੇਂਦਰ ਦੇ ਵਿੱਚ ਅਸੀਂ ਸਿਫਰ ਲਿਖਦੇ ਹਾਂ, ਯਾਨੀ ਕਿ 0। ਜਦੋਂ ਅਸੀਂ 0 ਤੋਂ ਸੱਜੇ ਪਾਸੇ ਨੂੰ ਚੱਲਾਂਗੇ, ਠੀਕ ਆ, ਇਸ 0 ਤੋਂ ਜੇ ਅਸੀਂ ਸੱਜੇ ਪਾਸੇ ਚੱਲਾਂਗੇ ਤਾਂ ਸਾਡੇ ਸਾਰੀਆਂ ਸੰਖਿਆਵਾਂ ਗੁਣਨਾਤਮਕ ਹੋਣਗੀਆਂ, ਭਾਵ ਕਿ ਪੋਜ਼ਿਟਿਵ ਹੋਣਗੀਆਂ। ਅਤੇ ਜਦੋਂ ਅਸੀਂ ਇਸ ਤੋਂ ਖੱਬੇ ਪਾਸੇ ਚੱਲਾਂਗੇ ਤਾਂ ਖੱਬੇ ਪਾਸੇ ਨੂੰ ਆਉਂਦੇ ਹੋਏ ਸਾਡੀਆਂ ਸਾਰੀਆਂ ਸੰਖਿਆਵਾਂ ਰਿਣਾਤਮਕ ਹੋਣਗੀਆਂ, ਭਾਵ ਕਿ ਨੈਗੇਟਿਵ ਹੋਣਗੀਆਂ। ਮੰਨ ਕੇ ਚੱਲੋ ਕਿ ਜੇ ਸਪੋਜ਼ ਕਰੋ ਤੁਸੀਂ ਹਾਂਜੀ ਮੰਨ ਕੇ ਚੱਲੋ ਕਿ ਜੇ ਸਪੋਜ਼ ਕਿ ਤੁਸੀਂ 0 ਤੋਂ ਇੱਧਰ ਜਾ ਰਹੇ ਹੋ ਤਾਂ ਤੁਸੀਂ ਇੱਥੇ 1 ਲਿਖੋਗੇ, ਇੱਥੇ 2 ਲਿਖੋਗੇ, ਇੱਥੇ 3 ਲਿਖੋਗੇ, ਇੱਥੇ 4 ਲਿਖੋਗੇ, ਠੀਕ ਆ। ਐਵੇਂ ਇੱਧਰ ਨੂੰ ਵੱਧਦੇ 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 5 6 8 12 15 ਵਧਾਉਂਦੇ ਜਾਓਗੇ। ਜਿਵੇਂ ਜਿਵੇਂ ਤੁਸੀਂ ਖੱਬੇ ਪਾਸੇ ਵੱਲ ਨੂੰ ਆਓਗੇ, ਇੱਥੇ -1, ਇੱਥੇ -2, ਇੱਥੇ -3, ਇੱਥੇ -4, ਇੱਥੇ -5, ਇੱਧਰ ਨੂੰ ਵੈਲਿਊ ਯਾਨੀ ਕਿ ਇੱਧਰ ਨੂੰ ਮਾਤਰਾ ਘਟਦੀ ਜਾਊਗੀ। ਹੁਣ ਤੁਸੀਂ ਆਪ ਦੇਖੋ, ਜੇ ਮੈਂ ਕਿਹਾ ਇੱਧਰ ਨੂੰ ਮਾਤਰਾ ਵੱਧਦੀ ਹੈ ਅਤੇ ਇੱਧਰ ਨੂੰ ਮਾਤਰਾ ਘਟਦੀ ਹੈ, ਤਾਂ ਤੁਸੀਂ ਆਪ ਦੱਸੋ ਕਿ ਜੇ 2 ਹੋਵੇ ਅਤੇ 4 ਹੋਵੇ, ਦੋਵਾਂ 'ਚੋਂ ਵੱਡਾ ਕਿਹੜਾ ਹੈ? 4। ਇਸ ਚਿੰਨ੍ਹ ਦਾ ਮਤਲਬ ਹੁੰਦਾ ਜਿੱਧਰ ਨੂੰ ਮੂੰਹ ਖੁੱਲ੍ਹਿਆ ਉਹ ਵੱਡਾ ਹੈ। 2 ਅਤੇ 4 'ਚੋਂ 4 ਵੱਡਾ। ਤੁਸੀਂ ਕਹੋਗੇ 0 ਅਤੇ 1 ਚੋਂ 1 ਵੱਡਾ, ਕਿਉਂਕਿ ਉਹ ਪਰਲੇ ਪਾਸੇ ਆ। -1 ਅਤੇ 0 ਚੋਂ 0 ਵੱਡੀ, ਕਿਉਂਕਿ 0 ਪਰਲੇ ਪਾਸੇ ਆ। -4 ਅਤੇ -2 ਚੋਂ -2 ਵੱਡਾ, ਕਿਉਂਕਿ -2 ਇੱਧਰਲੇ ਪਾਸੇ ਆ। ਤੁਸੀਂ ਇੱਕ ਗੱਲ ਨੋਟਿਸ ਕੀਤੀ ਆ ਜਾਂ ਤੁਹਾਡੇ ਇੱਕ ਗੱਲ ਦਿਮਾਗ 'ਚ ਆਈ ਆ? ਜਦੋਂ ਵੀ ਤੁਸੀਂ ਨੰਬਰ ਰੇਖਾ ਨੂੰ ਸਮਝ ਕੇ ਸਵਾਲਾਂ ਨੂੰ ਵੱਡੇ ਛੋਟੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦੇ ਹੋ, ਜੇ ਤੁਹਾਡੇ ਕੋਲ ਇੱਕ ਨੰਬਰ 2 ਹੋਵੇ, ਇੱਕ ਨੰਬਰ 7 ਆ, ਤੁਸੀਂ ਸਾਰੇ ਸਿਆਣੇ ਹੋ ਕਿ 2 7 ਤੋਂ ਵੱਡਾ ਹੋਊਗਾ। ਜੇ 2 ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ 'ਤੇ ਨੈਗੇਟਿਵ ਦਾ ਸਾਈਨ ਪਿਆ ਹੋਵੇ, ਮਾਈਨਸ ਪਿਆ ਹੋਵੇ, ਦੂਜੇ ਪਾਸੇ ਨਾ ਪਿਆ ਹੋਵੇ, ਤਾਂ ਇਹ ਸੋਚਣ ਦੀ ਲੋੜ ਹੀ ਨਹੀਂ ਕਿ ਉਹਨਾਂ 'ਚੋਂ ਵੱਡਾ ਛੋਟਾ ਕੀ ਹੈ। ਜਿਹੜਾ ਪਲੱਸ ਵਾਲਾ ਹੈ ਉਹ ਕੁਦਰਤੀ ਗੱਲ ਆ ਕਿ ਵੱਡਾ ਹੋਊਗਾ, ਪਰ ਜੇ ਦੋਵਾਂ 'ਤੇ ਮਾਈਨਸ ਦਾ ਸਾਈਨ ਪਿਆ ਹੈ ਫੇਰ ਪੰਗਾ ਹੈ। ਤੁਸੀਂ ਆਪ ਦੇਖੋ, -5 ਅਤੇ -3 ਚੋਂ ਵੱਡਾ ਕਿਹੜਾ ਸੀਗਾ? -3 ਪਰਲੇ ਪਾਸੇ ਆ, ਉਹ ਵੱਡਾ ਹੈ। ਅਤੇ -7 ਅਤੇ -11 'ਚੋਂ ਵੀ ਇਹੀ ਗੱਲ ਕੱਢੋ ਕਿ ਮਾਈਨਸ ਲੱਗਿਆ ਹੋਣ ਕਰਕੇ ਜਿਸ ਦੀ ਵੈਲਿਊ ਛੋਟੀ ਦਿਸ ਰਹੀ ਆ, ਅਸਲ ਦੇ ਵਿੱਚ ਉਹ ਵੱਡਾ ਹੈ। ਇਹ ਗੱਲ ਤੁਹਾਨੂੰ ਪਤਾ ਲੱਗਣੀ ਚਾਹੀਦੀ ਹੈ। ਮਤਲਬ ਸਾਫ਼ ਅਤੇ ਸਪਸ਼ਟ ਤੌਰ 'ਤੇ ਇਹ ਤੁਹਾਨੂੰ ਮੈਂ ਕਲੀਅਰ ਕਰਦਾ। ਦੇਖੋ, ਮੈਂ ਨਾ ਪੇਪਰ ਦੇਖ ਰਿਹਾ ਸੀਗਾ ਆਪਣੇ ਗਰੁੱਪ ਸੀ ਲੈਵਲ ਦੇ, ਇੱਕ ਮੈਂ ਪੇਪਰ PTET ਦਾ ਹੀ ਦੇਖ ਰਿਹਾ ਸੀ। ਮੈਂ ਸਾਰੇ ਪੇਪਰਾਂ ਨੂੰ ਜਿਨ੍ਹਾਂ ਦਾ ਲੈਵਲ 1 ਆ, ਦੇਖੋ ਜੇ ਕੋਈ ਮੈਨੂੰ ਕਵੇ PS ਟੈਟ ਪੇਪਰ 2 ਵਾਲੇ, ਉਹ ਇਹ ਵੀਡੀਓ ਸ਼ਾਇਦ ਉਹਨਾਂ ਦੇ ਲੈਵਲ ਤੋਂ ਥੱਲੜੇ ਪੱਧਰ ਦੀ ਵੀਡੀਓ ਹੋਊਗੀ। ਜਿਹੜੇ PSSB ਦੇ ਪੇਪਰਾਂ ਦੀ ਤਿਆਰੀ ਕਰਦੇ ਆ ਅਤੇ ਗਰੁੱਪ B ਦੇ ਵਧੀਆ ਪੇਪਰਾਂ ਦੀ ਤਿਆਰੀ ਕਰਦੇ ਆ, ਐਕਸਾਈਜ਼ ਇੰਸਪੈਕਟਰ ਦੀ, ਉਹਨਾਂ ਵਾਸਤੇ ਵੀ ਇਹ ਵੀਡੀਓ ਉੱਚੇ ਪੱਧਰ ਨੀਵੇਂ ਪੱਧਰ ਦੀ ਆ। ਪਰ ਜਿਹੜੇ ਬੱਚੇ PS ਟੈਟ ਪੇਪਰ 1 ਦੇ ਰਹੇ ਆ ਜਾਂ PSSB ਦੀ ਭਰਤੀ ਦੇ ਵਿੱਚ ਉਹ ਆਪਣਾ ਫਾਇਰਮੈਨ ਦਾ ਪੇਪਰ ਦੇ ਰਹੇ ਆ ਜਾਂ ਆਪਣੇ ਪਟਵਾਰੀ ਦਾ ਪੇਪਰ ਦੇ ਰਹੇ ਆ, ਕਲਰਕ ਦਾ ਪੇਪਰ ਦੇ ਰਹੇ ਆ, ਉਹਨਾਂ ਦੀ ਵੀਡੀਓ ਦੇ ਵਿੱਚ ਇਹ ਸਵਾਲ ਆਮ ਕਰਕੇ ਆਉਂਦੇ ਆ। ਕਿਵੇਂ?
ਤੁਸੀਂ ਕਹੋਗੇ ਸਰ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਡੇ ਕੋਲ ਦੋ ਸੰਖਿਆਵਾਂ ਨੇ, ਇੱਕ A ਆ ਤੇ ਇੱਕ B ਆ, ਤੇ ਜੀ ਸਾਨੂੰ ਪਤਾ ਹੈ ਕਿ A ਤੋਂ ਵੱਡੀ B ਆ, ਤਾਂ ਇਹ ਦੱਸੋ ਜੇ ਦੋਵਾਂ ਦੇ ਅੱਗੇ ਮਾਈਨਸ ਲੱਗ ਜੇ ਫਿਰ ਕੌਣ ਕਿਹਦੇ ਤੋਂ ਵੱਡਾ ਹੋਊਗਾ? ਫਿਰ -A - B ਤੋਂ ਵੱਡਾ ਹੋਊਗਾ। ਤੁਸੀਂ ਪੁੱਛੋਗੇ ਕਿਵੇਂ? ਮੰਨ ਲਓ ਕਿ ਇੱਕ ਪਾਸੇ 3 ਆ ਤੇ ਇੱਕ ਪਾਸੇ 7 ਆ ਤੇ 7 3 ਤੋਂ ਵੱਡਾ ਹੈ। ਜੇਕਰ ਦੋਵਾਂ ਦੇ ਅੱਗੇ ਮਾਈਨਸ ਲੱਗ ਜੇ, ਆ -7 ਤੇ ਆ -3, ਤਾਂ ਤੁਸੀਂ ਕਹੋਗੇ -3 - 7 ਤੋਂ ਵੱਡਾ ਹੈ। ਮੈਂ ਇਹ ਗੱਲ ਸਮਝਾਉਣਾ ਕਿ ਜੇਕਰ ਸਧਾਰਨ ਤੌਰ ਤੇ A ਤੋਂ ਵੱਡਾ B ਹੋਵੇ ਤਾਂ ਮਾਈਨਸ ਲੱਗਣ ਤੋਂ ਬਾਅਦ -A - B ਤੋਂ ਵੱਡਾ ਹੋ ਜਾਂਦਾ ਹੈ। ਉਮੀਦ ਕਰਦਾ ਬੜੀ ਹਲਕੀ ਜੀ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹ ਸਮਝਾਉਣ ਦੀ ਕਿ ਨੰਬਰ ਰੇਖਾ ਹੁੰਦੀ ਕੀ ਹੈ। ਨੰਬਰ ਰੇਖਾ ਇੱਕ ਅਜਿਹੀ ਰੇਖਾ ਹੈ ਜਿਹਦੇ ਤੇ ਤੁਸੀਂ ਸਾਰੇ ਨੰਬਰਾਂ ਨੂੰ ਸਜਾ ਸਕਦੇ ਹੋ, ਤੇ 0 ਨੂੰ ਕੇਂਦਰ 'ਚ ਰੱਖ ਕੇ ਸੱਜੇ ਪਾਸੇ ਨੂੰ ਤੁਸੀਂ ਆਪਣੇ ਗੁਣਨਾਤਮਕ ਸੰਖਿਆਵਾਂ ਪੋਜ਼ਿਟਿਵ ਨੰਬਰ ਤੇ ਖੱਬੇ ਪਾਸੇ ਨੂੰ ਤੁਸੀਂ ਆਪਣੇ ਰਿਣਨਾਤਮਕ ਸੰਖਿਆਵਾਂ -1 -2 -3 -4 -5 -6 ਇਹ ਸਾਰੀਆਂ ਸਜਾ ਸਕਦੇ ਹੋ। ਸੋ ਸਾਨੂੰ ਇਹ ਗੱਲ ਬੜੇ ਚੰਗੇ ਤਰੀਕੇ ਨਾਲ ਸਮਝ ਆ ਗਈ ਕਿ ਅਸਲ ਦੇ ਵਿੱਚ ਇਹ ਸਾਰੀਆਂ ਸੰਖਿਆਵਾਂ ਜਿਹੜੀਆਂ ਨੇ ਇਹ ਇੱਕ ਨੰਬਰ ਰੇਖਾ 'ਤੇ ਆਉਂਦੀਆਂ ਹੈ, ਜਿਹਨੂੰ ਆਪਾਂ ਨੰਬਰ ਲਾਈਨ ਵੀ ਕਹਿ ਦਿੰਦੇ ਹਾਂ। ਇਟ ਇਜ਼ ਕਾਲਡ ਨੰਬਰ ਲਾਈਨ। ਸੰਖਿਆ ਰੇਖਾ ਵੀ ਕਹਿ ਦਿੰਦੇ ਆ, ਨੰਬਰ ਰੇਖਾ ਵੀ ਕਹਿ ਦਿੰਦੇ ਆ। ਸੰਖਿਆ ਰੇਖਾ ਮਤਲਬ ਨੰਬਰ ਲਾਈਨ, ਜਿਹਦੇ 'ਤੇ ਤੁਸੀਂ ਸਾਰੇ ਨੰਬਰਾਂ ਨੂੰ ਸੁਸ਼ੋਭਿਤ ਕਰ ਸਕਦੇ ਹੋ। ਪਰ ਤੁਹਾਡੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੋਊਗੀ ਕਿ ਸਰ ਸਾਨੂੰ ਸਪਸ਼ਟ ਤੌਰ 'ਤੇ ਦੱਸਿਆ ਜਾਵੇ ਕਿ ਜਿਹੜੇ ਨੰਬਰ ਅਸੀਂ ਇੱਥੇ ਲਿਖੇ ਆ ਇਹਨਾਂ ਨੰਬਰਾਂ 'ਚ ਸਾਨੂੰ ਕਿਉਂ ਲੱਗਦਾ ਕਿ 1/2 ਸਾਨੂੰ ਦਿਸ ਨਹੀਂ ਰਿਹਾ, ਕਿਤੇ ਬਟਿਆਂ 'ਚ ਕੁਛ ਵੀ ਨਹੀਂ ਹੈਗਾ। ਅਸੀਂ ਅਕਸਰ ਸੁਣਦੇ ਹਾਂ ਮੈਥ ਪੜ੍ਹਦੇ ਹੋਏ ਦਸ਼ਮਲਵਾਂ ਦੇ ਵਿੱਚ ਨੰਬਰ ਹੁੰਦੇ ਆ, ਉਹ ਨੰਬਰ ਨਹੀਂ ਸਾਨੂੰ ਦਿਸ ਰਹੇ। ਕੀ ਉਹ ਵੀ ਇਸ ਨੰਬਰ ਰੇਖਾ 'ਤੇ ਕਿਤੇ ਸ਼ੋਅ ਹੁੰਦੇ ਆ ਜਾਂ ਉਹਨਾਂ ਨੂੰ ਵੀ ਇਸ ਸੰਖਿਆ ਰੇਖਾ 'ਤੇ ਕਿਤੇ ਦੇਖਿਆ ਜਾ ਸਕਦਾ ਹੈ? ਅਤੇ ਜੇ ਦੇਖਿਆ ਜਾ ਸਕਦਾ ਤਾਂ ਕਿੱਥੇ ਦੇਖਿਆ ਜਾ ਸਕਦਾ ਹੈ? ਖੈਰ ਉਹਦੇ ਬਾਰੇ ਗੱਲ ਆਪਾਂ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਆਪਣਾ ਸਿਲੇਬਸ ਸ਼ੁਰੂ ਕਰੀਏ। ਸਭ ਤੋਂ ਪਹਿਲੀ ਗੱਲ ਕਹਿੰਦੇ ਹੁਣ ਆਪਾਂ ਨੂੰ ਇੱਕ ਗੱਲ ਕਲੀਅਰ ਹੋ ਗਈ। ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਸ਼ਬਦ ਪੜ੍ਹਾਂਗੇ, ਸੰਪੂਰਨ ਸੰਖਿਆ। ਸਭ ਤੋਂ ਪਹਿਲਾਂ ਆਪਾਂ ਸੰਪੂਰਨ ਸੰਖਿਆ ਬਾਰੇ ਪੜ੍ਹਨਾ ਹੈ। ਸੋ ਸਭ ਤੋਂ ਵੱਡੀ ਗੱਲ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਪੱਧਰ 'ਤੇ ਨੋਟ ਵੀ ਕਰ ਸਕਦੇ ਹੋ ਕਿ ਇੱਕ ਸੰਪੂਰਨ ਸੰਖਿਆ ਕੀ ਹੁੰਦੀ ਹੈ। ਸੋ ਇੱਕ ਸੰਪੂਰਨ ਸੰਖਿਆ ਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਇੰਟੀਜਰ। ਅੰਗਰੇਜ਼ੀ 'ਚ ਸੰਪੂਰਨ ਸੰਖਿਆ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਇੰਟੀਜਰਸ। ਹੁਣ ਦੇਖੋ, ਇੱਕ ਸੰਪੂਰਨ ਸੰਖਿਆ ਨੂੰ ਅਸੀਂ ਇੰਟੀਜਰ ਕਹਿੰਦੇ ਹਾਂ ਅੰਗਰੇਜ਼ੀ 'ਚ, ਤੇ ਹੁਣ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਇੰਟੀਜਰ ਹੁੰਦੇ ਕੀ ਹੈ। ਸੰਪੂਰਨ ਸੰਖਿਆ ਨੂੰ ਇੰਟੀਜਰ ਕਹਿੰਦੇ ਆ। ਤੇ ਆ ਜਾਓ, ਕਹਿੰਦੇ ਜਦੋਂ ਵੀ ਤੁਸੀਂ ਕੋਈ ਆਪਣੀ ਨੰਬਰ ਰੇਖਾ ਵਾਹੁੰਦੇ ਹੋ ਤੇ ਉਹਦੇ 'ਤੇ ਨੰਬਰਾਂ ਨੂੰ ਸਜਾਉਂਦੇ ਹੋ, ਜਿਹੜੇ ਨੰਬਰ ਤੁਸੀਂ ਲਿਖ ਲਏ ਇਹਦੇ 'ਤੇ, ਜਿਨ੍ਹਾਂ 'ਚ ਤੁਸੀਂ ਬਟਿਆਂ ਵਾਲਾ, ਜਿਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਆ ਭਿੰਨ, ਤੁਸੀਂ ਭਿੰਨ ਲਿਖਣ ਤੋਂ ਪਰਹੇਜ਼ ਕੀਤੀ ਆ। ਤੁਸੀਂ ਦਸ਼ਮਲਵ, ਯਾਨੀ ਕਿ ਡੈਸੀਮਲ ਨੂੰ ਲਿਖਣ ਤੋਂ ਪਰਹੇਜ਼ ਕਰ ਲਈ, ਸਿੱਧੇ ਸਿੱਧੇ ਨੰਬਰ ਲਿਖ ਲਏ। ਤੁਸੀਂ ਇਹ ਨਹੀਂ ਪਰਵਾਹ ਕੀਤੀ ਕਿ ਤੁਹਾਡੇ ਨੰਬਰ ਗੁਣਨਾਤਮਕ ਸੀਗੇ, ਭਾਵ ਕਿ ਪੋਜ਼ਿਟਿਵ ਸੀ। ਤੁਸੀਂ ਇਹ ਵੀ ਨਹੀਂ ਪਰਵਾਹ ਕੀਤੀ ਕਿ ਤੁਸੀਂ 0 ਨੂੰ ਲਿਖਿਆ ਹੈ। ਤੁਸੀਂ ਇੱਥੋਂ ਤੱਕ ਵੀ ਪਰਵਾਹ ਨਹੀਂ ਕੀਤੀ ਕਿ ਤੁਸੀਂ ਨੈਗੇਟਿਵ ਨੰਬਰ ਲਿਖੇ ਆ। ਉਦਾਹਰਨ ਦੇ ਤੌਰ 'ਤੇ ਤੁਸੀਂ 0 1 2 3 4 5 6 7 8 9 10 11 12 13 243 3456, ਜਾਂ ਤੁਸੀਂ ਨੈਗੇਟਿਵ ਵਾਲੇ ਪਾਸੇ ਮਾਈਨਸ ਦਾ 1 ਇਸ ਤੋਂ ਵੀ ਛੋਟਾ, ਮਾਈਨਸ ਦਾ 4 ਉਸ ਤੋਂ ਵੀ ਛੋਟਾ, ਮਾਈਨਸ ਦਾ 11 ਉਸ ਤੋਂ ਵੀ ਛੋਟਾ, ਮਾਈਨਸ ਦਾ 253। ਤੁਸੀਂ ਕੋਈ ਵੀ ਸੰਖਿਆ ਲਿਖ ਲਈ, ਚਾਹੇ ਪਲੱਸ ਵਾਲੀ, ਚਾਹੇ ਮਾਈਨਸ ਵਾਲੀ, ਚਾਹੇ 0, ਇਹਨਾਂ ਸਾਰੀਆਂ ਸੰਖਿਆ ਨੂੰ ਆਪਾਂ ਕਹਿੰਦੇ ਹਾਂ ਸੰਪੂਰਨ ਸੰਖਿਆਵਾਂ। ਜਿਨ੍ਹਾਂ ਦੇ ਥੱਲੇ ਬਟਿਆ 'ਚ ਕੁਛ ਨਹੀਂ ਹੁੰਦਾ, ਜਿਨ੍ਹਾਂ ਦੇ ਨਾਲ ਦਸ਼ਮਲਵ 'ਚ ਕੁਛ ਨਹੀਂ ਹੁੰਦਾ, ਉਹ ਸਾਰੀਆਂ ਸੰਖਿਆਵਾਂ ਸੰਪੂਰਨ ਸੰਖਿਆਵਾਂ ਅਖਵਾਉਂਦੀਆਂ ਹਨ। ਇਹਨਾਂ ਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਇੰਟੀਜਰਸ, ਤੇ ਇਹਨਾਂ ਵਾਸਤੇ ਜਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ ਉਹ ਵਰਤਿਆ ਜਾਂਦਾ ਹੈ Z। ਉਮੀਦ ਕਰਦਾ ਕਿ ਤੁਸੀਂ ਪਹਿਲੀ ਮੇਰੀ ਗੱਲ ਨੂੰ ਬੜੀ ਗੌਰ ਨਾਲ ਸੁਣ ਲਿਆ ਹੋਊਗਾ। ਤੁਸੀਂ ਆਪੋ ਆਪਣੇ ਸਿਲੇਬਸ ਦੇ ਵਿੱਚ ਜਦੋਂ ਸ਼ੁਰੂ ਕਰਦੇ ਹੋ ਮੈਥ, ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਇੰਟੀਜਰ ਯਾਨੀ ਕਿ ਸੰਪੂਰਨ ਸੰਖਿਆਵਾਂ ਦਾ ਹੀ ਨਹੀਂ ਪਤਾ ਲੱਗਦਾ। ਸੋ ਆ ਜਾਓ, ਮੈਂ ਤੁਹਾਨੂੰ ਇਕੱਲੀ ਥਿਊਰੀ ਨਹੀਂ, ਥਿਊਰੀ ਦੇ ਨਾਲ ਨਾਲ ਮੈਂ ਤੁਹਾਨੂੰ ਪੂਰੇ ਐਗਜ਼ਾਮਪਲਾਂ ਸਮੇਤ ਲਿਖ ਕੇ ਸਮਝਾਊਂਗਾ। ਸੋ ਸਭ ਤੋਂ ਪਹਿਲਾਂ ਇੱਕ ਸੰਪੂਰਨ ਸੰਖਿਆ ਇੱਕ ਅਜਿਹੀ ਸੰਖਿਆ ਹੈ ਜਿਸ ਵਿੱਚ ਕੋਈ ਦਸ਼ਮਲਵ ਜਾਂ ਭਿੰਨ ਵਾਲਾ ਭਾਗ ਨਹੀਂ ਹੁੰਦਾ।
ਇਹ ਸਿਫਰ, ਨਕਾਰਾਤਮਕ ਭਾਵ ਨੈਗੇਟਿਵ ਤੇ ਸਕਾਰਾਤਮਕ ਭਾਵ ਪੋਜ਼ਿਟਿਵ ਸੰਖਿਆਵਾਂ ਦਾ ਸਮੂਹ ਹੁੰਦਾ ਹੈ। ਸੰਪੂਰਨ ਸੰਖਿਆਵਾਂ ਦੀਆਂ ਉਦਾਹਰਨਾਂ ਹਨ 0 1 5 8 ਨੈਗੇਟਿਵ ਵਾਲੇ ਪਾਸੇ ਨੂੰ। ਇਹਨਾਂ ਨੂੰ Z ਨਾਲ ਡਿਨੋਟ ਕੀਤਾ ਜਾਂਦਾ ਹੈ ਤੇ ਅੰਗਰੇਜ਼ੀ ਵਿੱਚ ਇਸ ਨੂੰ ਇੰਟੀਜਰ ਕਿਹਾ ਜਾਂਦਾ ਹੈ। ਆਹ ਲਓ ਜੀ, ਉਮੀਦ ਕਰਦਾ ਕਿ ਇੱਕ ਕਹਾਣੀ ਸਾਰਿਆਂ ਨੂੰ ਸਮਝ ਆ ਗਈ ਹੋਊਗੀ ਕਿ ਸਰ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗ ਗਿਆ ਕਿ ਇੰਟੀਜਰਸ ਕੀ ਹੁੰਦੇ ਆ। ਹੁਣ ਤੁਹਾਡੇ ਚੋਂ ਅਗਲਾ ਸਵਾਲ ਤੁਹਾਡੇ ਚੋਂ ਇਹ ਨਿਕਲੂਗਾ ਕਿ ਸਰ ਗੁਣਨਾਤਮਕ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ ਤੇ ਦੂਜੀਆਂ ਰਿਣਨਾਤਮਕ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ, ਭਾਵ ਪੋਜ਼ਿਟਿਵ ਤੇ ਨੈਗੇਟਿਵ ਇੰਟੀਜਰਸ ਕਿਹੜੇ ਹੁੰਦੇ ਆ। ਆ ਜਾਓ, ਹੁਣ ਤੁਹਾਡਾ ਸਵਾਲ ਇਹ ਹੋਊਗਾ ਅਗਲੇ ਪੇਜ ਤੇ, ਮੈਂ ਦੁਬਾਰਾ ਇਹਨੂੰ ਮੈਂ ਦੁਬਾਰਾ ਡਰਾ ਕਰੂੰਗਾ। ਤੁਸੀਂ ਕਿਹਾ ਸਰ ਕੇਂਦਰ ਦੇ ਵਿੱਚ ਅਸੀਂ 0 ਬਣਾਈ, 0 ਵੀ ਇੱਕ ਸੰਪੂਰਨ ਸੰਖਿਆ ਹੈ। 1 2 3 4 5 6 7 ਇਹ ਸਾਰੀਆਂ ਸੰਪੂਰਨ ਸੰਖਿਆਵਾਂ ਨੇ। ਪਰ ਤੁਸੀਂ ਇੱਕ ਗੱਲ ਨੋਟਿਸ ਕਰੋ, ਜਿਹੜੀਆਂ ਸੰਪੂਰਨ ਸੰਖਿਆਵਾਂ 1 ਜਾਂ 1 ਤੋਂ ਅੱਗੇ ਹੁੰਦੀਆਂ ਹੈ, ਜਿਹੜੀਆਂ ਸੰਪੂਰਨ ਸੰਖਿਆਵਾਂ 1 ਜਾਂ 1 ਤੋਂ ਅੱਗੇ ਹੁੰਦੀਆਂ ਹੈ, ਇਹਨਾਂ ਨੂੰ ਸਾਰਿਆਂ ਨੂੰ ਅੰਗਰੇਜ਼ੀ ਦੇ ਵਿੱਚ ਤਾਂ ਕਹਿੰਦੇ ਆ ਪੋਜ਼ਿਟਿਵ ਤੇ ਪੰਜਾਬੀ 'ਚ ਗੁਣਨਾਤਮਕ। ਜਿਹੜੀਆਂ ਸੰਖਿਆਵਾਂ -1 -2 -3 -4 -5 ਹੁੰਦੀਆਂ, ਇਹਨਾਂ ਸਾਰੀਆਂ ਸੰਖਿਆਵਾਂ ਨੂੰ ਆਪਾਂ ਕਹਿੰਦੇ ਆ ਇਹ ਵੀ ਰਿਣਨਾਤਮਕ ਨੇ, ਇਹ ਨੈਗੇਟਿਵ ਇੰਟੀਜਰਸ ਨੇ। ਨੈਗੇਟਿਵ ਇੰਟੀਜਰਸ ਦਾ ਮਤਲਬ ਰਿਣਨਾਤਮਕ ਸੰਪੂਰਨ ਸੰਖਿਆਵਾਂ, ਕਿਉਂਕਿ ਇਹ ਸਾਰੀਆਂ ਨੂੰ ਆਪਾਂ ਸੰਪੂਰਨ ਸੰਖਿਆਵਾਂ ਯਾਨੀ ਕਿ Z ਦੇ ਚਿੰਨ੍ਹ ਨਾਲ ਸੰਬੋਧਨ ਕਰਦੇ ਹਾਂ। Z ਨੂੰ ਅੰਗਰੇਜ਼ੀ 'ਚ ਸੰਪੂਰਨ ਸੰਖਿਆ ਕਹਿੰਦੇ ਆ। ਸੰਪੂਰਨ ਸੰਖਿਆ ਮਤਲਬ ਇੰਟੀਜਰ ਹੁੰਦੀ ਆ, ਚਾਹੇ ਨੈਗੇਟਿਵ ਚਾਹੇ ਪੋਜ਼ਿਟਿਵ ਚਾਹੇ 0, ਭਾਵ ਚਾਹੇ ਪਲੱਸ ਵਾਲੀ ਚਾਹੇ ਮਾਈਨਸ ਵਾਲੀ ਚਾਹੇ ਸਿਫਰ, ਕਿਸੇ ਵੀ ਪ੍ਰਕਾਰ ਦੀ ਸੰਖਿਆ ਹੋਵੇ ਪਰ ਉਹ ਬਟਿਆਂ 'ਚ ਨਾ ਹੋਵੇ ਤੇ ਕਿਸੇ ਵੀ ਪ੍ਰਕਾਰ ਦੇ ਦਸ਼ਮਲਵ ਯਾਨੀ ਕਿ ਡੈਸੀਮਲ ਦੇ ਪ੍ਰਭਾਵ 'ਚ ਨਾ ਹੋਵੇ, ਉਹਨਾਂ ਨੂੰ ਆਪਾਂ ਇੰਟੀਜਰਸ ਕਹਿ ਦਿੰਦੇ ਆ। ਆਹ ਗੱਲ ਸਮਝ ਆ ਗਈ। ਇਹਦੀ ਐਗਜ਼ਾਮਪਲ -12 -7 -2 -1 0 1 5 9 13 27 35 58 ਸਾਰੀਆਂ ਇੰਟੀਜਰਸ ਨੇ। ਇਹਦੇ ਚੋਂ ਉਹ ਕਿਹੜੇ ਇੰਟੀਜਰਸ ਨੇ ਜਿਹੜੇ ਪੋਜ਼ਿਟਿਵ ਨੇ, ਮਤਲਬ ਕਿ ਵੈਸੇ ਤਾਂ ਮੈਂ ਵੈਸੇ ਹੀ ਚਿੰਨ੍ਹ ਜਿਹਾ ਰੱਖਤਾ। ਪੋਜ਼ਿਟਿਵ ਇੰਟੀਜਰਸ ਦਾ ਮਤਲਬ ਆ ਗੁਣਨਾਤਮਕ ਸੰਪੂਰਨ ਸੰਖਿਆਵਾਂ ਜਿਹੜੀਆਂ 1 2 3 4 5 ਤੇ ਵੱਧਦੀਆਂ ਜਾਂਦੀਆਂ। ਰਿਣਨਾਤਮਕ ਸੰਪੂਰਨ ਸੰਖਿਆਵਾਂ -2 -5 -12 -13 -18 -19 ਇਹ ਸਾਰੀਆਂ ਰਿਣਨਾਤਮਕ ਸੰਪੂਰਨ ਸੰਖਿਆਵਾਂ ਨੇ। ਜੇ ਕੋਈ ਮੈਨੂੰ ਕਹੇ ਸਰ ਤੁਸੀਂ ਇੱਕ ਬੜੀ ਚਲਾਕੀ ਨਾਲ 0 ਨੂੰ ਕਿਸੇ ਸਾਈਡ ਤੇ ਰੱਖ ਲਿਆ, ਦੱਸੋ ਇਹ ਕੀ ਆ। 0 ਇੱਕ ਅਜਿਹੀ ਸੰਖਿਆ ਹੈ, 0 ਇੱਕ ਅਜਿਹੀ ਸੰਖਿਆ ਹੈ ਜਿਹੜੀ ਨਾ ਤਾਂ ਗੁਣਨਾਤਮਕ ਆ ਤੇ ਨਾ ਰਿਣਨਾਤਮਕ ਆ। 0 ਇਜ਼ ਸਪੈਸ਼ਲ ਟਾਈਪ ਆਫ ਇੰਟੀਜਰ। 0 ਇੱਕ ਅਜਿਹੀ ਸੰਪੂਰਨ ਸੰਖਿਆ ਹੈ ਜਿਹੜੀ ਨਾ ਤਾਂ ਗੁਣਨਾਤਮਕ ਆ, ਭਾਵ ਨਾ ਤੇ ਉਹ ਪੋਜ਼ਿਟਿਵ ਆ ਤੇ ਨਾ ਹੀ ਉਹ ਕੀ ਆ ਨੈਗੇਟਿਵ ਆ। ਸਭ ਤੋਂ ਇੰਪੋਰਟੈਂਟ ਗੱਲ ਕਿ ਨਾ ਤੇ ਉਹ ਪੋਜ਼ਿਟਿਵ ਆ ਤੇ ਨਾ ਹੀ ਉਹ ਕੀ ਆ ਨੈਗੇਟਿਵ ਆ। ਉਮੀਦ ਕਰਦਾ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਕਹੋ ਕਿ ਸਰ ਤੁਹਾਨੂੰ ਇੰਟੀਜਰਸ ਬਾਰੇ ਕਲੈਰਿਟੀ ਆ ਗਈ ਸਾਨੂੰ, ਸੋ ਇੰਟੀਜਰਸ ਜਾਣੀ ਕਿ ਸੰਪੂਰਨ ਸੰਖਿਆ ਨੂੰ ਲੈ ਕੇ ਮੈਂ ਜੋ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਸੀ ਉਹ ਆਪਾਂ ਤਲਾਸ਼ਤੀਆਂ। ਸੋ ਇਹਨੂੰ ਕਵਰ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਅਗਲੇ ਸਟੈਪ 'ਤੇ। ਸੋ ਉਮੀਦ ਕਰੋਗੇ ਕਿ ਕੋਈ ਮੈਨੂੰ ਕਹੇ ਸਰ 0 ਬਾਰੇ ਕੀ ਵਿਚਾਰ ਆ। 0 ਨਾ ਤਾਂ ਰਿਣਨਾਤਮਕ ਆ ਤੇ ਨਾ ਗੁਣਨਾਤਮਕ ਆ। ਸਿਫਰ ਨੂੰ ਨਾ ਤਾਂ ਨਕਾਰਾਤਮਕ ਤੇ ਨਾ ਹੀ ਸਕਾਰਾਤਮਕ ਸੰਪੂਰਨ ਸੰਖਿਆ ਵੱਲੋਂ ਪਰਿਭਾਸ਼ਿਤ ਕੀਤਾ ਗਿਆ ਹੈ। ਠੀਕ ਆ, ਸੋ ਇਹਦੇ ਬਾਰੇ ਗੱਲ ਕਲੀਅਰ ਹੋ ਗਈ। ਜੇ ਕੋਈ ਮੈਨੂੰ ਕਹੇ ਕਿ ਸਰ ਇੰਟੀਜਰਸ ਜਿਹਨੂੰ ਕਿ Z ਕਿਹਾ, ਆਹ ਨੈਗੇਟਿਵ ਵਾਲੇ ਨੰਬਰ ਵੀ ਇਹਦੇ 'ਚ ਆ ਗਏ, ਪੋਜ਼ਿਟਿਵ ਵਾਲੇ ਵੀ ਆ ਗਏ ਤੇ ਸਿਫਰ ਵੀ ਆ ਗਈ। ਹਰ ਇੱਕ ਚੀਜ਼ ਜਿਹੜੀ ਆ ਉਹ ਬਿਲਕੁਲ ਹਰ ਇੱਕ ਸੰਖਿਆ ਆਪਣੇ ਆਪ ਦੇ ਵਿੱਚ ਸੰਪੂਰਨ ਸੰਖਿਆ ਹੁੰਦੀ ਹੈ। ਹੁਣ ਸੰਪੂਰਨ ਸੰਖਿਆ ਜਿਹੜੀ ਆ ਇਹ ਬੇਸਿਕਲੀ 2 ਪ੍ਰਕਾਰ ਦੀਆਂ ਹੁੰਦੀਆਂ। ਦੇਖੋ ਵੈਸੇ ਤਾਂ ਕੋਈ ਮੈਨੂੰ ਕਹੇ ਕਿ ਸਰ ਸੰਪੂਰਨ ਸੰਖਿਆ ਨੂੰ ਤੁਸੀਂ ਕਿਹਾ Z, ਸੰਪੂਰਨ ਸੰਖਿਆ ਨੂੰ ਤੁਸੀਂ ਕੀ ਕਿਹਾ Z। ਸਾਰੇ 3 ਪ੍ਰਕਾਰ ਦੀਆਂ ਹੁੰਦੀਆਂ ਜੀ। ਇੱਕ ਹੁੰਦੇ ਆ ਪੋਜ਼ਿਟਿਵ ਭਾਵ ਗੁਣਨਾਤਮਕ, ਇੱਕ ਹੁੰਦੇ ਆ ਰਿਣਨਾਤਮਕ ਭਾਵ ਕਿ ਨੈਗੇਟਿਵ,
ਇੱਕ ਤੀਸਰੇ ਪ੍ਰਕਾਰ ਦੇ ਹੁੰਦੀਆਂ ਜੀ ਕਿਹੜੀਆਂ ਜ਼ੀਰੋ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਸਿਫਰ। ਇਹਦੀ ਐਗਜ਼ਾਮਪਲ ਤਾਂ ਹੈਗੀ ਆ ਜੀ 1 2 3 4 5 6 7 8 9। ਇਹਦੀ ਐਗਜ਼ਾਮਪਲ ਆ ਗਈ ਮਾਈਨਸ ਦਾ 1 ਮਾਈਨਸ ਦਾ 2 ਮਾਈਨਸ ਦਾ 3 ਮਾਈਨਸ ਦਾ 4 ਮੁੱਕਦੀ ਨਹੀਂ। ਇਹਦੀ ਇੱਕੋ ਹੀ ਐਗਜ਼ਾਮਪਲ ਆ ਜੀ ਜ਼ੀਰੋ। ਤੁਸੀਂ ਕਹੋਗੇ ਆਹ ਗੱਲ ਸਰ ਸਾਨੂੰ ਚੰਗੀ ਤਰ੍ਹਾਂ ਹੁਣ ਤੱਕ ਤੁਸੀਂ ਆਹੀ ਸਮਝਾਈ ਆ, ਠੀਕ ਆ। ਜੇ ਮੈਂ ਇਹ ਕਹਾਂ ਕਿ ਸਰ ਜ਼ੀਰੋ ਨੂੰ ਮੈਂ ਪਲੱਸ ਵਾਲੀ ਮੰਨ ਲਾਂ, ਮੈਂ ਕਹਾਂ ਨਹੀਂ ਮੰਨ ਸਕਦੇ। ਜ਼ੀਰੋ ਨਾ ਤਾਂ ਪਲੱਸ 'ਚ ਆਉਂਦਾ ਹੈ ਅਤੇ ਨਾ ਮਾਈਨਸ 'ਚ, ਜ਼ੀਰੋ ਹਮੇਸ਼ਾ ਅੱਡ ਆਉਂਦਾ ਹੈ। ਖੈਰ ਤੁਸੀਂ ਕਹੋਗੇ ਬਿਲਕੁਲ ਸਹੀ ਗੱਲ ਸਰ, ਆਹ ਚੀਜ਼ ਮੈਂ ਤੁਹਾਡੀ ਨੋਟ ਕਰ ਲਈ ਹੈ। ਸੋ ਇਹ ਗੱਲ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਸਮਝ ਵੀ ਆ ਗਈ ਹੋਊਗੀ। ਪਰ ਹੁਣ ਮੈਂ ਇਸ ਲੈਵਲ ਤੋਂ ਥੋੜ੍ਹੀ ਜਿਹੀ ਅੱਗੇ ਜਾ ਕੇ ਕਲੀਅਰ ਕਰਾਉਣਾ ਕੰਸੈਪਟ। ਹੁਣ ਮੈਂ ਇਹੀ ਨੰਬਰ ਰੇਖਾ ਦੁਬਾਰਾ ਬਣਾਉਣ ਲੱਗਾ ਇੱਥੇ। ਤੁਸੀਂ ਕਹੋਗੇ ਵਾਰ-ਵਾਰ ਕਿਉਂ? ਬਹੁਤ ਜ਼ਰੂਰੀ ਆ। ਤੁਸੀਂ ਸੈਂਟਰ 'ਚ ਮਾਰੀ ਜ਼ੀਰੋ 1 2 3 4 5 6 7 8 9 ਬਸ, ਅਤੇ ਅੱਗੇ ਨੂੰ ਵੱਧਦੇ ਜਾਵਾਂਗੇ। ਨੈਗੇਟਿਵ ਵਾਲੇ ਪਾਸੇ -1 -2 -3 -4 -5 -6 -7 -8 -9 -10। ਠੀਕ ਆ। ਤੁਸੀਂ ਕਹੋ ਸਰ ਜੇ ਮੈਂ ਜ਼ੀਰੋ ਤੋਂ ਪਰਲੇ ਵਾਲਿਆਂ ਨੂੰ ਇੱਕ ਕੈਟੇਗਰੀ 'ਚ ਰੱਖਣਾ ਹੋਵੇ ਅਤੇ ਜ਼ੀਰੋ ਤੋਂ ਇੱਧਰ ਵਾਲਿਆਂ ਨੂੰ -1 ਤੋਂ -1 ਅਤੇ -1 ਤੋਂ ਇੱਧਰ ਵਾਲਿਆਂ ਨੂੰ ਇੱਕ ਕੈਟੇਗਰੀ 'ਚ ਰੱਖਣਾ ਹੋਵੇ। ਸਰ ਆਹ ਤਾਂ ਗੱਲ ਸਮਝ ਆ ਗਈ ਜੀ, ਇਹਨਾਂ ਨੂੰ ਤੁਸੀਂ ਰਿਣਨਾਤਮਕ ਸੰਖਿਆਵਾਂ ਕਿਹਾ। ਜੇ ਤੁਸੀਂ ਇੱਕ ਜਾਂ ਇੱਕ ਤੋਂ ਪਰਲੇ ਪਾਸੇ ਚੱਕਦੇ ਤੁਸੀਂ ਕਹਿ ਦਿੰਦੇ ਇਹ ਪੋਜ਼ੀਟਿਵ ਨੇ, ਪਲੱਸ ਵਾਲੀਆਂ ਨੇ, ਗੁਣਨਾਤਮਕ ਨੇ। ਜੇ ਮੈਂ ਜ਼ੀਰੋ ਨੂੰ ਵੀ ਵਿੱਚ ਕਵਰ ਕਰ ਲਾਂ ਜਾਂ ਵਿੱਚ ਹੀ ਜੋੜ ਲਾਂ, ਫਿਰ ਤੁਸੀਂ ਕੀ ਨਾਮ ਦਿਓਗੇ? ਫਿਰ ਮੈਂ ਨਾਮ ਦਊਂਗਾ ਪੂਰਨ। ਸੰਪੂਰਨ ਨਹੀਂ, ਪੂਰਨ। 0 1 2 3 4 5 6 ਇਹਨਾਂ ਸੰਖਿਆਵਾਂ ਨੂੰ ਅੰਗਰੇਜ਼ੀ ਪੜ੍ਹਨ ਵਾਲੇ ਕਹਿੰਦੇ ਆ ਹੋਲ ਨੰਬਰ। ਕੀ ਕਹਿੰਦੇ ਆ? ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਦਾ ਮਤਲਬ ਆ ਉਹ ਵਾਲੀਆਂ ਸੰਪੂਰਨ ਸੰਖਿਆਵਾਂ ਉਹ ਵਾਲੀਆਂ ਇੰਟੀਜਰਸ ਜਿਹੜੇ 0 ਤੋਂ ਸਟਾਰਟ ਹੋ ਕੇ ਅੱਗੇ ਨੂੰ ਵੱਧਦੇ ਆ। ਸਾਰੇ ਹੀ ਇੰਟੀਜਰ ਹੁੰਦੇ ਆ, ਸਾਰੀਆਂ ਹੀ ਸੰਪੂਰਨ ਸੰਖਿਆਵਾਂ ਹੁੰਦੀਆਂ ਏ। ਇਹਨਾਂ ਸੰਪੂਰਨ ਸੰਖਿਆਵਾਂ ਤੋਂ ਜਿਹੜੀਆਂ 0 ਤੋਂ ਸਟਾਰਟ ਹੋ ਕੇ ਸੱਜੇ ਵੱਲ ਨੂੰ ਜਾਣ, ਉਹਨਾਂ ਸੰਪੂਰਨ ਸੰਖਿਆਵਾਂ ਨੂੰ ਇੱਕ ਵਿਸ਼ੇਸ਼ ਨਾਮ ਨਾਲ ਬੁਲਾਇਆ ਜਾਂਦਾ ਹੈ, ਜਾਣੀ ਕਿ ਪੂਰਨ ਸੰਖਿਆਵਾਂ। ਸੰਪੂਰਨ ਦੇ ਵਿੱਚੋਂ ਕੁਛ ਕੁ ਸੰਖਿਆਵਾਂ ਜਿਹੜੀਆਂ ਸਿਫਰ ਤੋਂ ਸਟਾਰਟ ਹੁੰਦੀਆਂ ਹੈ ਅਤੇ ਅੱਗੇ ਨੂੰ ਸਾਰੀਆਂ ਜਾਂਦੀਆਂ, ਉਹਨਾਂ ਨੂੰ ਅਸੀਂ ਪੂਰਨ ਕਹਿੰਦੇ ਹਾਂ। ਆਹ ਦੇਖੋ, ਜੇ ਤੁਸੀਂ 0 ਤੇ 0 ਤੋਂ ਅਗਲੀਆਂ ਨੂੰ ਕਹਿਤਾ ਪੂਰਨ, ਅਤੇ ਫਿਰ -1 ਤੇ ਮਾਈਨਸ ਤੋਂ ਪਿੱਛੇ ਵਾਲੀਆਂ ਕੀ ਬਚ ਗਈਆਂ? ਰਿਣਨਾਤਮਕ। ਆਹੀ ਗੱਲ ਮੈਂ ਇੱਥੇ ਟੇਬਲ ਦੇ ਰੂਪ ਦੇ ਵਿੱਚ ਦੱਸੀ ਹੈ ਕਿ ਸੰਪੂਰਨ ਸੰਖਿਆਵਾਂ ਤੋਂ ਜਿਹੜੀਆਂ 0 ਤੇ 0 ਤੋਂ ਅੱਗੇ ਨੇ ਉਹ ਨੇ ਪੂਰਨ ਸੰਖਿਆਵਾਂ, ਬਚੀਆਂ ਹੋਈਆਂ ਰਿਣਨਾਤਮਕ। ਸਮਝ ਆ ਗਈ? ਸਭ ਨੂੰ ਸਮਝ ਆ ਗਈ ਆ ਗੱਲ? ਫਿਰ ਇਹਨਾਂ ਪੂਰਨ ਸੰਖਿਆਵਾਂ ਦੇ ਵਿੱਚੋਂ ਵੀ ਜਿਹੜੀਆਂ ਕੀ ਸੀ ਭਲਾ? ਤੁਸੀਂ ਕਹੋਗੇ ਸਰ ਇਹ ਤਾਂ ਸੀਗੀਆਂ 0 1 2 3 4 ਅਤੇ ਵੱਧਦੀਆਂ ਅੱਗੇ। ਇਹਨਾਂ 'ਚੋਂ ਵੀ 0 ਇਸ ਪਾਸੇ ਆ ਅਤੇ ਬਚੀਆਂ ਹੋਈਆਂ ਬਾਕੀ ਸਾਰੀਆਂ ਇਸ ਪਾਸੇ ਆ। 1 2 3 4 5 ਆ ਲਓ ਜੀ। ਇਹਨਾਂ ਦੇ ਵਿੱਚੋਂ ਵੀ 0 ਇੱਥੇ ਅਤੇ ਬਾਕੀ 1 2 3 4 5 6 7 ਇੱਥੇ ਆ। ਉਮੀਦ ਕਰਦਾ ਕਿ ਹੁਣ ਤੁਹਾਨੂੰ ਸਾਰੀਆਂ ਸੰਪੂਰਨ ਸੰਖਿਆਵਾਂ ਪਤਾ ਲੱਗ ਗਈਆਂ ਕਿ ਜੇ ਮੈਂ ਲਿਖਣੀਆਂ ਹੋਣ ਸਾਰੀਆਂ ਹੀ ਸੰਪੂਰਨ ਸੰਖਿਆਵਾਂ ਤਾਂ ਮੈਂ Z ਪਾ ਕੇ ਲਿਖੂੰਗਾ, ਅਤੇ ਮੈਂ ਲਿਖੂੰਗਾ -5 -4 -3 -2 -1 0 1 2 3 4 5 6 7 8 ਆ ਸਭ ਕੁਛ। ਜੇ ਕੋਈ ਮੈਨੂੰ ਕਵੇ ਕਿ ਸਿਰਫ ਹੋਲ ਨੰਬਰ ਲਿਖੋ, ਪੂਰਨ ਸੰਖਿਆਵਾਂ ਲਿਖੋ, W ਦਾ ਮਤਲਬ ਹੋਲ ਨੰਬਰ, ਪੂਰਨ ਸੰਖਿਆਵਾਂ, ਤੁਸੀਂ ਕਹੋਗੇ ਉਹ ਵਾਲੀਆਂ ਸੰਪੂਰਨ ਜਿਹੜੀਆਂ 0 ਤੋਂ ਸਟਾਰਟ ਹੁੰਦੀਆਂ 1 2 3 4 5 ਆ ਸਾਰੀਆਂ। ਹੁਣ ਉਹ ਸੰਖਿਆਵਾਂ ਜਿਹੜੀਆਂ ਪੋਜ਼ਿਟਿਵ ਨੇ, ਪੋਜ਼ਿਟਿਵ ਦਾ ਮਤਲਬ ਨੇ ਜਿਹੜੀਆਂ ਗੁਣਨਾਤਮਕ ਨੇ, ਉਹ ਕਿਹੜੀਆਂ ਨੇ? ਉਹ ਸੰਖਿਆਵਾਂ ਜਿਹੜੀਆਂ ਸਿਰਫ ਗੁਣਨਾਤਮਕ ਨੇ। ਤੁਸੀਂ ਕਹੋਗੇ ਸਰ ਜਿਹੜੀਆਂ 1 ਤੋਂ ਸਟਾਰਟ ਹੁੰਦੀਆਂ। ਚਲੋ ਸਰ 0 ਤੋਂ ਸਟਾਰਟ ਹੋਣ 'ਤੇ ਉਹਨਾਂ ਨੂੰ ਪੂਰਨ ਸੰਖਿਆਵਾਂ ਕਿਹਾ ਜਾਂਦਾ ਹੈ। ਜਿਹੜੀਆਂ 1 ਤੋਂ ਸਟਾਰਟ ਹੁੰਦੀਆਂ ਇਹਨਾਂ ਦਾ ਕੋਈ ਵਿਸ਼ੇਸ਼ ਨਾਮ ਹੈਗਾ ਹੈ। 1 ਤੋਂ ਸਟਾਰਟ ਹੋਣ ਵਾਲੀਆਂ ਗੁਣਨਾਤਮਕ ਸੰਖਿਆਵਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਕਿਰਤਿਕ ਸੰਖਿਆਵਾਂ, ਨੈਚੁਰਲ ਨੰਬਰਸ। ਆਹ ਚੱਕੋ ਜੀ, ਆਹ ਵੀ ਗੱਲ ਸਮਝ ਆ ਗਈ। ਨੈਚੁਰਲ ਨੰਬਰਸ, ਪ੍ਰਕਿਰਤਿਕ ਸੰਖਿਆਵਾਂ, ਕੁਦਰਤੀ ਨਹੀਂ ਕਹਿਣਾ, ਪ੍ਰਕਿਰਤਿਕ, ਜੋ ਤੁਹਾਡੀ ਪੰਜਾਬੀ ਮੀਡੀਅਮ ਦੀਆਂ ਕਿਤਾਬਾਂ 'ਚ ਲਿਖਿਆ ਹੁੰਦਾ ਹੈ।
ਪ੍ਰਕ੍ਰਿਤਿਕ ਸੰਖਿਆਵਾਂ 1 2 3 4 5 6 7 8 9 10 11 12 13 ਨੂੰ ਕਹਿੰਦੇ ਆ। ਪੂਰਨ ਸੰਖਿਆਵਾਂ ਜਿਹੜੀਆਂ 0 ਤੋਂ ਸਟਾਰਟ ਹੋਣ 0 1 2 3 4 5 6 7 8 9 10 11 12 13 14 15 ਨੂੰ ਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਭਾਵੇਂ ਮਾਈਨਸ ਵਾਲੀਆਂ ਹੋਣ, ਭਾਵੇਂ ਪਲੱਸ ਵਾਲੀਆਂ ਹੋਣ, ਭਾਵੇਂ ਸਿਫਰ ਹੋਵੇ, ਪਰ ਇਸ ਕਿਸੇ ਵੀ ਪ੍ਰਕਾਰ ਦੀ ਸੰਖਿਆਵਾਂ ਦੇ ਵਿੱਚ ਦਸ਼ਮਲਵ ਨਹੀਂ ਆਉਣਾ ਚਾਹੀਦਾ। 2.5 8.2 9.4 ਨਾ ਭਿੰਨ ਆਉਣੀ ਚਾਹੀਦੀ ਆ। 2/7 9/4 ਐਵੇਂ ਦੀ ਕੋਈ ਵੀ ਅਧੂਰੀ ਭਦੂਰੀ ਭਿੰਨ ਨਹੀਂ ਆਉਣੀ ਚਾਹੀਦੀ। ਬਟਿਆਂ 'ਚ ਨਹੀਂ ਆਉਣਾ ਚਾਹੀਦਾ ਕੰਮ। ਭਿੰਨ ਨਹੀਂ ਕਹਿਣਾ ਮੈਂ, ਸਹੀ ਸ਼ਬਦ ਵਰਤਾਂ, ਬਟਿਆਂ ਬੁਟਿਆਂ 'ਚ ਨਹੀਂ ਕੰਮ ਆਉਣਾ ਚਾਹੀਦਾ, ਨਾ ਦਸ਼ਮਲਵ 'ਚ ਆਉਣਾ ਚਾਹੀਦਾ। ਆਹ ਲਓ ਜੀ, ਉਮੀਦ ਇਹ ਕਰਦਾ ਮੈਂ ਕਿ ਤੁਹਾਨੂੰ ਪੂਰਾ ਟੌਪਿਕ ਸਮਝ ਆ ਗਿਆ ਹੋਊਗਾ ਅਤੇ ਤੁਸੀਂ ਹੁਣ ਇਹ ਗੱਲ ਸਪਸ਼ਟ ਦੱਸ ਸਕਦੇ ਹੋ ਮੈਨੂੰ ਕਿ ਹੁਣ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਪੜ੍ਹਾਉਣਾ, ਤੁਸੀਂ ਕਹੋਗੇ ਸਰ ਇਹ ਤਾਂ ਗੱਲ ਹੀ ਬਹੁਤ ਸਹੀ ਆ, ਸਮਝ ਆ ਗਈ। ਸਭ ਤੋਂ ਪਹਿਲਾਂ ਸੰਖਿਆ ਲੜੀ, ਜਿਹਨੂੰ ਲੋਕ ਨੰਬਰ ਲੜੀ ਲਾਈਨ ਵੀ ਕਹਿੰਦੇ ਆ, ਸੰਖਿਆ ਲੜੀ ਵੀ ਕਹਿੰਦੇ ਆ, ਠੀਕ ਆ, ਸੰਖਿਆ ਰੇਖਾ ਵੀ ਕਹਿੰਦੇ ਆ। ਇਹ ਉਹ ਰੇਖਾ ਹੈ ਜਿੱਥੇ ਤੁਸੀਂ ਆਪਣੇ ਸੰਖਿਆਵਾਂ ਨੂੰ ਦੇਖ ਸਕਦੇ ਹੋ। ਉਸ ਤੋਂ ਬਾਅਦ ਇਸ ਨੰਬਰ ਲਾਈਨ ਦੀ ਫੋਟੋ ਤੁਹਾਡੇ ਸਾਹਮਣੇ ਆ ਗਈ। 0 1 2 3 4 ਇੱਧਰ ਨੂੰ ਵੱਧਦੇ ਜਾਓ, ਇੱਧਰ ਨੂੰ ਵੱਧਦੇ ਜਾਓ। ਆਹ ਗੱਲ ਸਭ ਨੂੰ ਸਮਝ ਆ ਗਈ ਅਤੇ ਮੈਨੂੰ ਲੱਗਦਾ ਹੀ ਨਹੀਂ ਕਿ ਇਹਦੇ 'ਚ ਕੋਈ ਬਹੁਤ ਵੱਡਾ ਮਸਲਾ ਹੈਗਾ ਹੈ, ਠੀਕ ਹੈ। ਸੋ ਪਹਿਲੀ ਗੱਲ ਤਾਂ ਸਾਨੂੰ ਇਹ ਸਮਝ ਆ ਗਈ ਕਿ ਨੰਬਰ ਰੇਖਾ ਹੁੰਦੀ ਕੀ ਹੈ, ਠੀਕ ਹੈ ਜੀ। ਸੋ ਨੈਕਸਟ, ਉਸ ਤੋਂ ਬਾਅਦ ਇਸ ਨੰਬਰ ਰੇਖਾ 'ਤੇ ਜੇ ਆਪਾਂ ਸੱਜੇ ਪਾਸੇ ਨੂੰ ਜਾਈਏ, ਕਹਿੰਦਾ ਸੱਜੇ ਪਾਸੇ ਵਾਲੀ ਜਿਹੜੀ ਰਕਮ ਆ ਉਹ ਖੱਬੇ ਪਾਸੇ ਵਾਲੀ ਤੋਂ ਵੱਡੀ ਹੁੰਦੀ ਹੈ। ਸੱਜੇ ਪਾਸੇ ਵਾਲੀ, ਸੱਜੇ ਪਾਸੇ 3 ਸੀ, ਖੱਬੇ ਪਾਸੇ 1 ਸੀ, 1 ਤੋਂ ਵੱਡਾ 3। ਅੱਗੇ ਆ ਜਾਓ, ਖੱਬੇ ਪਾਸੇ -1 ਆ, ਸੱਜੇ ਪਾਸੇ 1 ਆ, -1 ਤੋਂ ਵੱਡਾ 1। ਇੱਕ ਪਾਸੇ -3 ਆ, ਇੱਕ ਪਾਸੇ -2 ਆ, -3 ਤੋਂ ਵੱਡਾ -2। ਇੱਕ ਪਾਸੇ -4 ਆ, ਇੱਕ ਪਾਸੇ 2 ਆ, -4 ਖੱਬੇ ਪਾਸੇ ਆ, 2 ਸੱਜੇ ਪਾਸੇ ਆ, -4 ਤੋਂ ਵੱਡਾ 2। ਹਰ ਇੱਕ ਗੱਲ ਸਮਝਾਤੀ ਮੈਂ, ਮਤਲਬ ਕਿ ਇਸ ਲਾਈਨ ਨੂੰ ਪੜ੍ਹ ਕੇ ਸਮਝਾਇਆ। ਅਗਲੀ ਗੱਲ, ਗੁਣਨਾਤਮਕ ਸੰਖਿਆਵਾਂ ਸਿਫਰ ਦੇ ਸੱਜੇ ਪਾਸੇ ਵੱਲ ਹੁੰਦੀਆਂ ਹਨ ਕਿਉਂਕਿ ਉਹ ਉਸ ਤੋਂ ਵੱਧ ਹੁੰਦੀਆਂ ਹਨ। ਨਕਾਰਾਤਮਕ ਸੰਖਿਆਵਾਂ 0 ਦੇ ਖੱਬੇ ਪਾਸੇ ਹੁੰਦੀਆਂ ਹਨ ਕਿਉਂਕਿ ਉਹ 0 ਤੋਂ ਛੋਟੀਆਂ ਹੁੰਦੀਆਂ ਹਨ। ਇਹ ਵੀ ਪੜ੍ਹਾਤੀ ਮੈਂ ਗੱਲ, ਠੀਕ ਆ। ਸਿਫਰ ਜੋ ਕਿ ਸਕਾਰਾਤਮਕ ਜਾਂ ਨਕਾਰਾਤਮਕ ਨਹੀਂ ਹੈ, ਇਸ ਨੂੰ ਕੇਂਦਰ ਵਿੱਚ ਰੱਖਿਆ ਜਾਂਦਾ ਹੈ। ਇਹ ਵੀ ਗੱਲ ਸਮਝਾਤੀ। ਸੋ ਉਮੀਦ ਕਰਦਾ ਕਿ ਹਰ ਇੱਕ ਗੱਲ ਜਿਹੜੀ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਰਹੀ ਹੋਊਗੀ। ਅੱਜ ਦੇ ਲੈਕਚਰ 'ਚ ਅਸੀਂ ਸਿਰਫ ਇਹ ਗੱਲ ਸਮਝਣ 'ਚ ਸਫਲ ਹੋ ਰਹੇ ਹਾਂ ਕਿ ਸਾਰੇ ਇੰਟੀਜਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਜ਼ੈਡ ਕਿਹਾ ਜਾਂਦਾ ਹੈ। ਉਹਨਾਂ ਇੰਟੀਜਰਸ ਦੇ ਵਿੱਚੋਂ ਡਬਲਿਊ ਉਹ ਹੁੰਦੇ ਆ, ਪੂਰਨ ਸੰਖਿਆਵਾਂ ਉਹ ਹੁੰਦੀਆਂ ਹੈ ਜਿਹੜੀਆਂ ਹੁੰਦੇ ਉਹ ਵੀ ਇੰਟੀਜਰ ਆ, ਪਰ ਸ਼ਰਤ ਇਹ ਆ ਕਿ ਉਹ ਸਿਰਫ 0 ਤੋਂ ਸਟਾਰਟ ਹੋਣ ਵਾਲੇ ਆ ਅਤੇ ਸੱਜੇ ਪਾਸੇ ਨੂੰ ਵੱਧਦੇ ਆ। ਅੱਗੇ ਵਾਲੇ ਸਾਰੇ ਕੁਦਰਤੀ ਸੰਖਿਆਵਾਂ n ਨਾਲ ਲਿਖੀਆਂ ਜਾਂਦੀਆਂ ਨੇ, ਨੈਚੁਰਲ ਨੰਬਰਸ। ਕੁਦਰਤੀ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ 0 ਤੋਂ ਸਟਾਰਟ ਨਾ ਕਰਕੇ 1 ਤੋਂ ਸਟਾਰਟ ਕਰਦੇ ਹਾਂ। 1 2 3 4 5 ਹੁੰਦੇ ਇਹ ਵੀ ਇੰਟੀਜਰ ਹੀ ਨੇ, ਹੁੰਦੀਆਂ ਵੀ ਸੰਪੂਰਨ ਸੰਖਿਆਵਾਂ, ਪਰ ਜਿਹੜੀਆਂ ਸੰਪੂਰਨ ਸੰਖਿਆਵਾਂ 1 ਤੋਂ ਸ਼ੁਰੂ ਹੋ ਕੇ ਸੱਜੇ ਵੱਲ ਨੂੰ ਵਧਣ, ਉਹਨਾਂ ਸੰਪੂਰਨ ਸੰਖਿਆਵਾਂ ਨੂੰ n ਕਿਹਾ ਜਾਂਦਾ ਹੈ। ਕਿਉਂਕਿ ਸੰਪੂਰਨ ਸੰਖਿਆਵਾਂ ਦੇ ਵਿੱਚ ਤਾਂ ਸਾਰਾ ਕੁਝ ਆਉਂਦਾ ਹੀ ਆ, ਉਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਪੂਰਨ ਕਹਿ ਦਿੰਦੇ ਆ, ਕਿਸੇ ਨੂੰ ਸੰਪੂਰਨ। ਤੁਸੀਂ ਕਹੋਗੇ ਸਰ ਇਹ ਚੀਜ਼ ਨੋਟ ਕਰੀਏ ਕਿ ਨਾ? ਆਹ ਲਓ ਜੀ, ਲਿਖੀ ਹੋਈ ਆ, ਨੋਟ ਕਿਉਂ ਕਰਨੀ ਆ? ਪ੍ਰਕ੍ਰਿਤਿਕ ਸੰਖਿਆਵਾਂ ਜਿਹੜੀਆਂ 1 ਤੋਂ ਸ਼ੁਰੂ ਹੁੰਦੀਆਂ, ਪੂਰਨ ਸੰਖਿਆਵਾਂ ਜਿਹੜੀਆਂ 0 ਤੋਂ ਸ਼ੁਰੂ ਹੁੰਦੀਆਂ, ਹੋਰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ। ਮਤਲਬ ਇਹ ਹੋ ਗਿਆ, ਛੋਟੀ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ 1 ਆ ਕਿਉਂਕਿ ਸ਼ੁਰੂ ਹੀ 1 ਤੋਂ ਹੁੰਦੀਆਂ। ਛੋਟੀ ਤੋਂ ਛੋਟੀ ਪੂਰਨ ਸੰਖਿਆਵਾਂ 0 ਆ ਕਿਉਂਕਿ ਸਟਾਰਟ 0 ਤੋਂ ਹੁੰਦੀਆਂ। ਇਹ ਸੱਜੇ ਪਾਸੇ ਹੁੰਦੀਆਂ, ਇਹ ਵੀ ਸੱਜੇ ਪਾਸੇ ਹੀ ਹੁੰਦੀਆਂ, ਮਤਲਬ ਅੱਧ ਤੋਂ ਇੱਧਰਲੇ ਪਾਸੇ। ਅਤੇ ਹੁਣ ਜਿੰਨੇ ਵੀ ਰਿਣਾਤਮਕ ਸੰਖਿਆਵਾਂ ਨੇ ਅਤੇ 0, ਇਹਨਾਂ ਨੂੰ ਪ੍ਰਕ੍ਰਿਤਿਕ ਸੰਖਿਆਵਾਂ 'ਚ ਨਹੀਂ ਲਿਖਿਆ ਜਾਂਦਾ। ਕਿਉਂ ਨਹੀਂ ਲਿਖਿਆ ਜਾਂਦਾ? ਕਿਉਂਕਿ ਤੁਹਾਨੂੰ ਪਤਾ ਹੈ ਕਿ -3 -2 -1 0 1 2 ਅਤੇ ਅੱਗੇ ਨੂੰ ਆਹ ਸਾਰੀਆਂ ਨੂੰ ਕੱਟ ਕੇ ਇੱਥੋਂ ਸ਼ੁਰੂ ਹੁੰਦੀਆਂ ਹੈ ਪ੍ਰਕ੍ਰਿਤਿਕ ਸੰਖਿਆਵਾਂ। ਇੱਧਰਲੇ ਪਾਸੇ ਆ ਜਾਓ, -2 -1 0 1 2 3 ਨੈਗੇਟਿਵ ਵਾਲੀਆਂ ਨੂੰ ਲਿਖਿਆ ਜਾਂਦਾ। 0 ਤੋਂ ਸ਼ੁਰੂ ਹੁੰਦੀਆਂ ਹੈ ਦੂਜੀਆਂ ਪੂਰਨ ਸੰਖਿਆਵਾਂ। ਸੋ ਜੇ ਕੋਈ ਮੈਨੂੰ ਕਵੇ ਕਿ ਹੁਣ ਅੱਗੇ ਨੈਚੁਰਲ ਨੰਬਰ,
ਨੈਚੁਰਲ ਨੰਬਰ ਦੀਆਂ ਉਦਾਹਰਨਾਂ ਜਿਵੇਂ ਦੀਆਂ ਮਰਜ਼ੀ ਲੈ ਲਿਓ, ਬਸ ਇੱਕ ਤਾਂ ਕੋਈ ਨੈਗੇਟਿਵ ਸੰਖਿਆ ਨਹੀਂ ਵਿੱਚ ਆਉਣੀ ਚਾਹੀਦੀ ਤੇ ਇੱਕ ਵਿੱਚ ਸਿਫਰ ਨਹੀਂ ਆਉਣੀ ਚਾਹੀਦੀ। ਇੱਧਰ ਆ ਜਾਓ, ਇੱਥੇ ਨੈਚੁਰਲ ਨਹੀਂ ਪਾਉਣਾ ਸੀ, ਇੱਥੇ ਪਾਉਣਾ ਸੀ ਹੋਲ, ਮਤਲਬ ਇੱਥੇ ਪਾਉਣਾ ਸੀ ਪੂਰਨ ਸੰਖਿਆਵਾਂ ਦੀ ਉਦਾਹਰਨ ਦੇ ਵਿੱਚ ਮੈਂ 0 ਨੂੰ ਵੀ ਵਿੱਚ ਲਿਖਿਆ ਹੈ, ਪੂਰਨ ਸੰਖਿਆਵਾਂ ਦੀ ਉਦਾਹਰਨ 'ਚ 0 ਵੀ ਲਿਖੀ ਗਈ ਹੈ। ਸੋ ਇਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਕਿ ਕਹਾਣੀ ਕੀ ਸੀਗੀ ਤੇ ਕਹਾਣੀ ਹੈ ਕੀ ਹੈ। ਨੈਚੁਰਲ ਨੰਬਰ ਵਾਸਤੇ ਚਿੰਨ੍ਹ n ਵਰਤਿਆ ਜਾਂਦਾ ਹੈ, ਹੋਲ ਨੰਬਰ ਵਾਸਤੇ ਚਿੰਨ੍ਹ w ਵਰਤਿਆ ਜਾਂਦਾ ਹੈ ਤੇ ਇੰਟੀਜਰਸ ਵਾਸਤੇ z। ਤੇ ਹੁਣ ਮੈਂ ਦੁਬਾਰਾ ਦੱਸਦਾ, ਸਭ ਤੋਂ ਵੱਡਾ ਟੇਬਲ ਮੈਂ ਆਪ ਬਣਾ ਦਾਂ। ਆਹ ਦੇਖੋ, ਇੱਥੇ ਸਾਫ਼ ਲਿਖਿਆ ਕਿ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਨੇ ਉਹ 1 ਤੋਂ ਸਟਾਰਟ ਹੁੰਦੀਆਂ ਤੇ ਪੂਰਨ ਸੰਖਿਆਵਾਂ 0 ਤੋਂ ਸਟਾਰਟ ਹੁੰਦੀਆਂ। ਠੀਕ ਹੈ, ਹੁਣ ਤੁਸੀਂ ਇੱਕ ਗੱਲ ਦੇਖੋ, ਤੁਹਾਨੂੰ ਇੱਕ ਗੱਲ ਪਤਾ ਲੱਗ ਗਈ ਕਿ ਪ੍ਰਕਿਰਤਿਕ ਸੰਖਿਆਵਾਂ ਜਿਨ੍ਹਾਂ ਨੂੰ n ਕਹਿੰਦੇ ਆਪਾਂ, ਉਹ 1 2 3 ਐਵੇਂ ਹੁੰਦੀਆਂ। ਹੋਲ ਨੰਬਰਸ 0 1 2 3 ਐਵੇਂ ਹੁੰਦੇ ਆ। ਹੁਣ ਤੁਸੀਂ ਇੱਕ ਗੱਲ ਨੂੰ ਗੌਰ ਕਰਿਓ ਕਿ ਸਾਰੇ ਦੇ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਨੇ ਤੇ ਹੋਲ ਨੰਬਰ 0 ਤੋਂ ਸ਼ੁਰੂ ਆ। ਇਹਦਾ ਮਤਲਬ ਛੋਟਾ ਕੌਣ ਆ ਕੱਦ 'ਚ? ਨੈਚੁਰਲ ਨੰਬਰ। ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਨੇ ਤੇ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਨੇ। ਇਹਦਾ ਮਤਲਬ ਮੈਂ ਇਹ ਗੱਲ ਕਹਿ ਸਕਦਾ ਕਿ ਸਾਰੀ ਦੀਆਂ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਦੇ ਵਿੱਚ ਸਮਾ ਜਾਂਦੀਆਂ। ਪੰਜਾਬ ਬੋਰਡ ਦੀ ਕਿਤਾਬ 'ਚ ਫੋਟੋ ਲੱਗੀ ਹੋਈ ਹੈ ਕਿ ਸਾਰੀ ਦੀਆਂ ਸਾਰੀਆਂ ਪੂਰਨ ਸੰਖਿਆਵਾਂ ਦੇ ਵਿੱਚ ਪ੍ਰਕਿਰਤਿਕ ਸੰਖਿਆਵਾਂ ਆ ਜਾਂਦੀਆਂ। ਪੰਜਾਬੀ 'ਚ ਪੜ੍ਹਨਾ ਕਿ ਅੰਗਰੇਜ਼ੀ 'ਚ ਪੜ੍ਹਨਾ, ਇਹ ਤੁਸੀਂ ਦੇਖਣਾ, ਕਿਉਂਕਿ ਪੂਰਨ ਸੰਖਿਆਵਾਂ ਦੇ ਵਿੱਚ 0 ਵੀ ਹੁੰਦੀ ਆ ਤੇ ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ 0 ਨੂੰ ਛੱਡ ਕੇ ਬਾਕੀ ਸਾਰੇ ਨੰਬਰ, ਤੇ ਇਹ ਬਾਕੀ ਸਾਰੇ ਨੰਬਰ ਪੂਰਨ ਵੀ ਹੁੰਦੇ ਆ, ਪ੍ਰਕਿਰਤਿਕ ਵੀ ਹੁੰਦੇ ਆ। ਇਹਨਾਂ ਦੇ ਬਾਹਰ ਮੈਂ ਇੱਕ ਗੋਲਾ ਹੋਰ ਮਾਰ ਦਿੰਦਾ ਤੁਹਾਡੀ ਜਾਣਕਾਰੀ ਵਾਸਤੇ। ਜੇ ਮੈਂ ਬਾਹਰਲੇ ਪਾਸੇ ਨੈਗੇਟਿਵ ਰੱਖ ਲਾਂ -3 -2 -1 ਐਵੇਂ ਵਾਲੇ, ਫਿਰ ਇਹ ਬਣ ਜਾਂਦੇ ਆ ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਦੇ ਵਿੱਚ ਸਮਾਉਂਦੀਆਂ ਪੂਰਨ ਸੰਖਿਆਵਾਂ ਤੇ ਪੂਰਨ ਸੰਖਿਆਵਾਂ ਦੇ ਵਿੱਚ ਸਮਾ ਜਾਂਦੀਆਂ ਪ੍ਰਕਿਰਤਿਕ ਸੰਖਿਆਵਾਂ। ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀ ਕਹਾਣੀ ਜਿਹੜੀ ਆ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਸੋ ਅੱਜ ਦੇ ਲੈਕਚਰ 'ਚ ਅਸੀਂ ਹੁਣ ਤੱਕ ਕੀ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜੇ ਮੈਂ ਇਹਦਾ ਨਿਚੋੜ ਕੱਢ ਕੇ ਦੇਵਾਂ ਤੁਹਾਨੂੰ ਅੱਜ ਦੇ ਲੈਕਚਰ 'ਚ, ਕਿ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਡੱਬਾ ਹੁੰਦਾ ਹੈ ਸੰਪੂਰਨ ਸੰਖਿਆਵਾਂ ਦਾ। ਸੰਪੂਰਨ ਸੰਖਿਆਵਾਂ ਦਾ ਇਸ ਡੱਬੇ ਦੇ ਵਿੱਚ ਸਭ ਕੁਝ ਹੁੰਦਾ ਹੈ। ਇਹਦੇ ਵਿੱਚ ਹੁੰਦੀਆਂ ਨੇ ਪੂਰਨ ਸੰਖਿਆਵਾਂ। ਆਹ ਜਿਹੜੀ ਚੀਜ਼ ਆ ਇਹ ਪੂਰਨ ਸੰਖਿਆ ਹੈ। ਇਹਦੇ ਵਿੱਚ ਹੁੰਦੀਆਂ ਹੈ ਪ੍ਰਕਿਰਤਿਕ ਸੰਖਿਆਵਾਂ। ਇਹਦੇ 'ਚ ਸਾਰੀਆਂ ਨੈਗੇਟਿਵ -3 -2 -1, ਇਹਦੇ 'ਚ 0 ਵੀ ਹੁੰਦੀ ਆ, ਇਹਦੇ 'ਚ 1 2 3 4 5। ਸਮਝ ਗਏ ਨਾ ਗੱਲ, ਕਿ -3 -2 -1 0 1 2 ਇਹ ਸਾਰੀਆਂ ਸੰਖਿਆਵਾਂ ਸੰਪੂਰਨ ਹੁੰਦੀਆਂ। 0 ਤੇ 0 ਦੇ ਅੰਦਰ ਤੋਂ ਬਾਅਦ ਵਾਲੀਆਂ ਸਾਰੀਆਂ ਪੂਰਨ ਹੁੰਦੀਆਂ। 1 2 3 ਪ੍ਰਕਿਰਤਿਕ ਹੁੰਦੀਆਂ। ਸੋ ਜੇ ਕੋਈ ਮੈਨੂੰ ਕਵੇ ਕਿ ਚਲੋ ਤਿੰਨਾਂ ਨੂੰ ਚਿੰਨ੍ਹਾਂ ਨਾਲ ਲਿਖੋ, Z W ਤੇ N, ਮੈਂ ਬੜੀ ਵਧੀਆ ਐਗਜ਼ਾਮਪਲ ਦਿੰਦਾ ਹੁੰਦਾ। ਯਾਦ ਦੇਖੋ, ਤੁਹਾਨੂੰ ਸਾਰਿਆਂ ਨੂੰ ਹੀ ਸਮਝ ਆ ਜਾਊਗੀ। -2 ਇਹਦੇ 'ਚ ਆਉਂਦੀ ਆ, ਇਹਦੇ 'ਚ ਨਹੀਂ ਆਉਂਦੀ, ਇਹਦੇ 'ਚ ਨਹੀਂ ਆਉਂਦੀ। -1 ਇਹਦੇ 'ਚ ਆਉਂਦੀ ਆ, ਇਹਦੇ 'ਚ ਨਹੀਂ ਆਉਂਦੀ, ਇਹਦੇ 'ਚ ਨਹੀਂ ਆਉਂਦੀ। 0 ਇਹਦੇ 'ਚ ਵੀ ਆਉਂਦੀ ਆ, ਇਹਦੇ 'ਚ ਵੀ ਆਉਂਦੀ ਆ, ਨਹੀਂ ਆਉਂਦਾ। 1 ਇਹਦੇ 'ਚ ਆਉਂਦਾ ਹੈ, ਇਹਦੇ 'ਚ ਆਉਂਦਾ, ਇਹਦੇ 'ਚ ਆਉਂਦਾ ਹੈ। 2 ਇਹਦੇ 'ਚ ਵੀ ਆਉਂਦਾ ਹੈ, ਇਹਦੇ 'ਚ ਵੀ ਆਉਂਦਾ, ਇਹਦੇ 'ਚ ਵੀ ਆਉਂਦਾ ਹੈ। 3 ਇਹਦੇ 'ਚ ਵੀ ਆਉਂਦਾ, ਇਹਦੇ 'ਚ ਵੀ ਆਉਂਦਾ, ਇਹਦੇ 'ਚ ਵੀ ਆਉਂਦਾ ਹੈ। ਆਹ ਚੱਕੋ ਜੀ, ਤੁਹਾਡੇ ਸਾਹਮਣੇ ਹੀ ਆ ਕਿ ਸੰਪੂਰਨ ਸੰਖਿਆਵਾਂ, ਪੂਰਨ ਸੰਖਿਆਵਾਂ ਤੇ ਪ੍ਰਕਿਰਤਿਕ ਸੰਖਿਆਵਾਂ। ਉਮੀਦ ਕਰਦਾ ਕਿ ਅੱਜ ਦਾ ਜਿਹੜਾ ਲੈਕਚਰ ਆ ਜੀ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਠੀਕ ਹੈ, ਸੋ ਅੱਜ ਦਾ ਬੇਸਿਕਲੀ ਲੈਕਚਰ ਸਾਡਾ ਜਿਹੜਾ ਸੀਗਾ ਉਹਦੇ 'ਚ ਅਸੀਂ ਇਸ ਚੀਜ਼ 'ਤੇ ਜ਼ਿਆਦਾ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ, ਪੂਰਨ ਸੰਖਿਆਵਾਂ ਕੀ ਹੁੰਦੀਆਂ ਹੈ ਤੇ ਕੁਦਰਤੀ ਸੰਖਿਆਵਾਂ ਕੀ ਹੁੰਦੀਆਂ ਹੈ। ਅਗਲੇ ਲੈਕਚਰ 'ਚ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਅਗੇਤਰ ਤੇ ਪਿਛੇਤਰ, ਪੜ੍ਹਾਵਾਂਗੇ ਕੀ ਹੁੰਦੇ ਆ। ਸੋ ਲੈਟਸ ਸਟਾਰਟ, ਅਗਲਾ ਲੈਕਚਰ ਸ਼ੁਰੂ ਕਰਾਂਗੇ ਆਪਾਂ। ਧੰਨਵਾਦ।
पिछले लैक्चर दे विच कंटिन्यू किया सी ते असीं बिल्कुल मैथ बारे बिल्कुल बेसिक तो समझ अपनी पैदा करनी शुरू करती है। ਅਸੀਂ ਉਹਨਾਂ ਪੇਪਰਾਂ ਦੀ ਤਿਆਰੀ ਜਦੋਂ ਅਸੀਂ ਕਿਸੇ ਵੱਡੇ ਪੇਪਰ ਦੀ ਤਿਆਰੀ ਕਰਦੇ ਹਾਂ ਤਾਂ ਅਸੀਂ ਛੋਟੀਆਂ ਚੀਜ਼ਾਂ ਭੁੱਲ ਜਾਂਦੇ ਹਾਂ ਅਤੇ ਆਮ ਪੇਪਰ ਜਿਹਦੇ 'ਚ ਸਾਡਾ PS ਟੈਟ ਦਾ ਪੇਪਰ 1 ਜਾਂ ਉਸ ਤੋਂ ਬਾਅਦ ਜਿਨ੍ਹਾਂ ਨੇ ETT ਵਗੈਰਾ ਵੀ ਕਰਨੀ, ਮੈਥ ਬਹੁਤ ਕਮਜ਼ੋਰ ਹੁੰਦਾ ਹੈ। PSSB ਦਾ ਪੇਪਰ ਦੇਣ ਜਾਣਗੇ, ਛੋਟੇ ਪੇਪਰ, ਮੈਥ ਕਦੀ ਪੜ੍ਹਿਆ ਨਹੀਂ ਹੁੰਦਾ ਅਤੇ ਮੈਥ ਦਿੱਕਤ ਬਣ ਜਾਂਦਾ ਹੈ। ਇਸ ਕਰਕੇ ਬੜੀ ਵਿਸ਼ੇਸ਼ ਰੂਪ ਦੇ ਵਿੱਚ ਆਪਾਂ ਸਪੈਸ਼ਲ ਇਸ ਤਿਆਰੀ ਨੂੰ ਲੈ ਕੇ ਕੋਸ਼ਿਸ਼ ਕਰ ਰਹੇ ਹਾਂ। ਸੋ ਮੈਂ ਹੁਣ ਤੱਕ ਕੁਦਰਤੀ ਸਭ ਤੋਂ ਪਹਿਲਾਂ ਸੰਪੂਰਨ ਸੰਖਿਆਵਾਂ, ਪੂਰਨ ਸੰਖਿਆਵਾਂ ਅਤੇ ਪੂਰਨ ਸੰਖਿਆਵਾਂ ਤੋਂ ਬਾਅਦ ਆਪਾਂ ਪ੍ਰਕ੍ਰਿਤਿਕ ਸੰਖਿਆਵਾਂ, ਇਹਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਸੋ ਹੁਣ ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ, ਸ਼ੁਰੂ ਕਰਦੇ ਹਾਂ ਜੀ ਆਪਾਂ। ਅੱਜ ਮੈਂ ਤੁਹਾਨੂੰ ਪੜ੍ਹਾਉਣਾ ਹੈ ਅਗੇਤਰ ਪਿਛੇਤਰ। ਹੁਣ ਮੈਂ ਇਹ ਗੱਲ ਦੱਸਾਂ, ਅਗੇਤਰ ਦਾ ਮਤਲਬ ਹੁੰਦਾ ਹੈ ਕਿਸੇ ਵੀ ਸੰਖਿਆ ਤੋਂ ਅੱਗੇ ਵਾਲਾ ਨੰਬਰ, ਅਤੇ ਪਿਛੇਤਰ, ਠੀਕ ਆ। ਅਗੇਤਰ ਨੂੰ ਅੰਗਰੇਜ਼ੀ 'ਚ ਸਕਸੈਸਰ ਅਤੇ ਪਿਛੇਤਰ ਨੂੰ ਪ੍ਰੀਡੀਸੈਸਰ ਕਿਹਾ ਜਾਂਦਾ ਹੈ। ਆਹ ਦੇਖ ਲਓ, ਜੇ ਕੋਈ ਮੈਨੂੰ ਕਵੇ ਕਿ ਜੀ ਪ੍ਰੀਡੀਸੈਸਰ ਪਿਛੇਤਰ ਅਤੇ ਸਕਸੈਸਰ ਅਗੇਤਰ, ਕਿਸੇ ਵੀ ਸੰਖਿਆ ਦਾ ਅਗੇਤਰ ਪਤਾ ਕਰਨਾ ਆਪਣੇ ਆਪ ਵਿੱਚ ਕੋਈ ਔਖੀ ਗੱਲ ਨਹੀਂ। 17 ਦਾ ਅਗੇਤਰ ਪਤਾ ਕਰਨਾ ਹੋਵੇ ਤਾਂ 17 'ਚ 1 ਜੋੜ ਦਿਓ, 18 ਆ ਜਾਂਦਾ ਹੈ। 22 ਗੱਲ ਹੈ। ਪਰ ਕੀ ਵਾਕਈ ਤੁਹਾਨੂੰ ਕੁਛ ਗੱਲਾਂ ਜਿਹੜੀਆਂ ਨੇ ਉਹ ਪਤਾ ਲੱਗਣੀਆਂ ਚਾਹੀਦੀਆਂ ਇਸ ਤੋਂ ਬਾਅਦ? ਤਾਂ ਹੁਣ ਦੱਸੋ ਸਭ ਤੋਂ ਇੰਪੋਰਟੈਂਟ ਗੱਲ, ਠੀਕ ਆ। ਸਭ ਤੋਂ ਛੋਟਾ ਪਿਛੇਤਰ ਕਿਸ ਪੂਰਨ ਸੰਖਿਆ ਦਾ ਹੋਵੇਗਾ? ਸਭ ਤੋਂ ਛੋਟਾ ਪਿਛੇਤਰ ਕਿਸ ਪੂਰਨ ਸੰਖਿਆ ਦਾ ਹੋਵੇਗਾ? ਹੁਣ ਤੁਸੀਂ ਇੱਕ ਗੱਲ ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਦੇਖੋ, ਇੱਕ ਗੱਲ ਬੜੀ ਕਲੀਅਰ ਆ। ਸਭ ਤੋਂ ਛੋਟਾ ਪਿਛੇਤਰ ਕਿਸੇ ਪੂਰਨ ਸੰਖਿਆ ਦਾ, ਜਿਹੜਾ ਸਭ ਤੋਂ ਛੋਟੀ ਸੰਖਿਆ ਜਿਸ ਦਾ ਪਿਛੇਤਰ ਵੀ ਇੱਕ ਪੂਰਨ ਸੰਖਿਆ ਹੋਵੇ। ਦ ਸਮਾਲੈਸਟ ਹੋਲ ਨੰਬਰ ਹੂਜ਼ ਪ੍ਰੈਡੀਸੈਸਰ ਇਜ਼ ਆਲਸੋ ਏ ਹੋਲ ਨੰਬਰ। ਤੁਸੀਂ ਕਹੋਗੇ ਸਰ ਸਭ ਤੋਂ ਛੋਟਾ ਹੋਲ ਨੰਬਰ ਜਾਂ ਸਭ ਤੋਂ ਛੋਟਾ ਜਿਹੜਾ ਪੂਰਨ ਸੰਖਿਆ ਉਹ ਸਿਫਰ ਹੁੰਦੀ ਹੈ, ਪਰ ਜੇ ਤੁਸੀਂ ਇਹਦਾ ਪਿਛੇਤਰ ਕੱਢੋਗੇ ਕੀ ਉਹ ਇੱਕ ਪੂਰਨ ਸੰਖਿਆ ਹੈਗੀ ਆ? ਨਹੀਂ। ਸੋ ਸਭ ਤੋਂ ਛੋਟੀ ਪੂਰਨ ਸੰਖਿਆ ਜਿਸ ਦਾ ਜੇ ਪਿਛੇਤਰ ਵੀ ਕੱਢੀਏ ਉਹ ਵੀ ਪੂਰਨ ਸੰਖਿਆ ਆਵੇ, ਇਸ ਤਰੀਕੇ ਦੀ ਸੰਖਿਆ 1 ਹੋ ਸਕਦੀ ਹੈ। ਦੱਸੋ ਕਿਸੇ ਨੂੰ ਕੋਈ ਡਾਊਟ? ਛੋਟੀ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ ਜਿਸ ਦਾ ਪਿਛੇਤਰ ਵੀ ਪ੍ਰਕ੍ਰਿਤਿਕ ਸੰਖਿਆ ਹੋਵੇ। ਫਾਈਂਡ ਦੀ ਸਮਾਲੈਸਟ ਨੈਚੁਰਲ ਨੰਬਰ ਹੂਜ਼ ਪ੍ਰੈਡੀਸੈਸਰ ਇਜ਼ ਆਲਸੋ ਏ ਨੈਚੁਰਲ ਨੰਬਰ। ਤੁਸੀਂ ਕਹੋਗੇ ਸਰ 2, ਕਿਉਂ ਜੀ? ਤੁਸੀਂ ਕਹੋਗੇ ਸਰ ਛੋਟੀ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ 1 ਹੁੰਦੀ ਆ, ਪਰ ਜੇ ਮੈਂ ਇਹਦਾ ਪਿਛੇਤਰ ਕੱਢਾਂ ਤੇ 0, ਉਸ ਦਾ ਪਿਛੇਤਰ ਵੀ ਇੱਕ ਨੈਚੁਰਲ ਨੰਬਰ ਹੋਣਾ ਚਾਹੀਦਾ ਹੈ, ਪ੍ਰਕ੍ਰਿਤਿਕ ਸੰਖਿਆ ਹੋਣੀ ਚਾਹੀਦੀ ਆ। 1 ਵਾਸਤੇ ਇਹ ਸ਼ਰਤ ਸਹੀ ਨਹੀਂ, ਇਹ ਸ਼ਰਤ 2 ਵਾਸਤੇ ਸਹੀ ਆ। ਇਹ ਛੋਟੀ ਤੋਂ ਛੋਟੀ ਉਹ ਨੈਚੁਰਲ ਨੰਬਰ ਆ, ਉਹ ਪ੍ਰਕ੍ਰਿਤਿਕ ਸੰਖਿਆ ਹੈ। ਜੇ ਮੈਂ ਇਹਦਾ ਪਿਛੇਤਰ ਕੱਢਾਂ ਵੀ ਉਹ ਵੀ ਆਪਣੇ ਆਪ ਵਿੱਚ ਇੱਕ ਪ੍ਰਕ੍ਰਿਤਿਕ ਸੰਖਿਆ ਆਉਂਦੀ ਹੈ। ਅਗਲੀ ਗੱਲ, ਛੋਟੀ ਤੋਂ ਛੋਟੀ ਪੂਰਨ ਸੰਖਿਆ ਵੈਸੇ ਸਿਫਰ ਹੁੰਦੀ ਹੈ। ਦੂਜੀ ਗੱਲ ਜਿਹੜੀ ਇਹਦੇ 'ਚ ਨਹੀਂ ਲਿਖੀ, ਛੋਟੀ ਤੋਂ ਛੋਟੀ ਪੂਰਨ ਸੰਖਿਆ ਸਿਫਰ ਹੁੰਦੀ ਹੈ। ਛੋਟੀ ਤੋਂ ਛੋਟੀ ਪੂਰਨ ਸੰਖਿਆ ਜਿਸ ਦਾ ਪਿਛੇਤਰ ਵੀ ਪੂਰਨ ਸੰਖਿਆ ਹੋਵੇ ਉਹ 1 ਹੁੰਦੀ ਹੈ। ਪੜ੍ਹਾਤੀ ਮੈਂ ਗੱਲ। ਸਾਰੀਆਂ ਪ੍ਰਕ੍ਰਿਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਦੇ ਵਿੱਚ ਆਉਂਦੀਆਂ ਹਨ। ਯਾਦ ਆ ਕਿ ਜੇ ਆ ਸਾਰੀਆਂ ਪੂਰਨ ਸੰਖਿਆਵਾਂ ਇਹਨਾਂ ਦੇ ਵਿੱਚ ਸਾਰੀਆਂ ਪ੍ਰਕ੍ਰਿਤਿਕ ਸੰਖਿਆਵਾਂ ਸਮਾਈ ਜਾਂਦੀਆਂ। ਪੂਰਨ ਸੰਖਿਆਵਾਂ ਸ਼ੁਰੂ 0 ਤੋਂ ਹੁੰਦੀਆਂ, ਪ੍ਰਕ੍ਰਿਤਿਕ 1 ਤੋਂ ਸ਼ੁਰੂ ਹੁੰਦੀਆਂ, ਸਾਰੀਆਂ ਹੀ ਵਿੱਚ ਸਮਾ ਜਾਂਦੀਆਂ। ਸਾਰੇ ਦੇ ਸਾਰੇ ਪ੍ਰਕ੍ਰਿਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹਨ। ਸਭ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ ਹੈ ਨੈਚੁਰਲ ਨੰਬਰ 1। ਇੱਕ ਅਜਿਹੀ ਪ੍ਰਕ੍ਰਿਤਿਕ ਸੰਖਿਆ ਹੈ ਜਿਸ ਦਾ ਕੋਈ ਵੀ ਪ੍ਰੀਡੀਸੈਸਰ ਪਿਛੇਤਰ ਨਹੀਂ ਹੁੰਦਾ, ਕਿਉਂਕਿ ਜੇ 1 ਦਾ ਪਿਛੇਤਰ ਕੱਢੋਗੇ ਉਹ 0 ਆ ਜਾਊਗਾ, ਅਤੇ 0 ਆਪਣੇ ਆਪ 'ਚ ਪ੍ਰਕ੍ਰਿਤਿਕ ਸੰਖਿਆ ਨਹੀਂ ਹੁੰਦੀ। ਠੀਕ ਆ। 0 ਇੱਕ ਅਜਿਹੀ ਪੂਰਨ ਸੰਖਿਆ ਹੈ, ਇਸ ਦਾ ਕੋਈ ਪਿਛੇਤਰ ਨਹੀਂ ਹੁੰਦਾ, ਕਿਉਂਕਿ ਜੇ 0 ਦਾ ਪਿਛੇਤਰ ਕਹੋਗੇ ਕਿ ਸਰ -1 ਹੁੰਦਾ ਹੈ, ਉਹਨਾਂ ਨੇ ਕਿਹਾ ਹੋਲ ਨੰਬਰ ਹੋਣਾ ਚਾਹੀਦਾ, ਉਹ ਆਪਣੇ ਆਪ 'ਚ ਸੰਪੂਰਨ ਸੰਖਿਆ ਨਹੀਂ ਬਣਦੀ। ਸੋ ਆਪਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੰਗੇ ਤਰੀਕੇ ਨਾਲ ਇੱਕ ਵਾਰੀ ਸਮਝ ਆ ਗਈਆਂ। ਠੀਕ ਆ। ਹੁਣ ਇੱਕ ਗੱਲ ਤਾਂ ਸਾਨੂੰ ਇਹ ਸਮਝ ਆ ਗਈ ਕਿ ਬਈ ਮੋਟੇ ਤੌਰ 'ਤੇ ਕੀ ਸਮਝਿਆ ਅਸੀਂ ਕਿ ਬਈ ਸੰਪੂਰਨ ਸੰਖਿਆਵਾਂ ਕੀ ਨੇ, ਪੂਰਨ ਸੰਖਿਆਵਾਂ ਕੀ ਨੇ। ਸੰਪੂਰਨ ਤੋਂ ਬਾਅਦ ਸਮਝੀਆਂ ਪੂਰਨ।
ਪੂਰਨ ਸੰਖਿਆਵਾਂ ਤੋਂ ਬਾਅਦ ਅਸੀਂ ਅਗਲੀ ਚੀਜ਼ ਜਿਹੜੀ ਸਮਝੀ ਆ, ਗੌਰ ਕਰਿਓ, ਪੂਰਨ ਸੰਖਿਆ ਤੋਂ ਬਾਅਦ ਅਸੀਂ ਅਗਲੀ ਚੀਜ਼ ਜਿਹੜੀ ਸਮਝੀ ਆ ਉਹ ਸਮਝੀ ਆ ਪ੍ਰਕ੍ਰਿਤਿਕ ਸੰਖਿਆਵਾਂ। ਅਸੀਂ ਪੂਰਨ ਸੰਖਿਆ ਤੋਂ ਬਾਅਦ ਜਿਹੜੀ ਚੀਜ਼ ਸਮਝੀ ਆ ਉਹ ਸਮਝੀ ਆ ਪ੍ਰਕ੍ਰਿਤਿਕ ਸੰਖਿਆਵਾਂ। ਉਸ ਤੋਂ ਬਾਅਦ ਅੱਗੇ ਮੈਂ ਪੜ੍ਹਾਉਣ ਜਾ ਰਿਹਾ ਤ੍ਰਿਭੁਜਾਕਾਰ ਸੰਖਿਆਵਾਂ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਆ ਟਰਾਇਐਂਗੂਲਰ ਨੰਬਰਸ। ਹੁਣ ਇਹ ਟਰਾਇਐਂਗੂਲਰ ਨੰਬਰਸ, ਤ੍ਰਿਭੁਜਾਕਾਰ ਸੰਖਿਆਵਾਂ ਕੀ ਹੁੰਦੀਆਂ ਹੈ? ਉਹ ਸੰਖਿਆਵਾਂ ਜਿਹੜੀਆਂ ਇੱਕ ਤ੍ਰਿਭੁਜ ਦੇ ਆਕਾਰ ਦੇ ਵਿੱਚ ਫਿੱਟ ਹੋ ਜਾਣ। ਤੁਸੀਂ ਕਹੋਗੇ ਇਹ ਕੀ ਗੱਲ ਬਣੀ, ਤ੍ਰਿਭੁਜ ਯਾਨੀ ਕਿ ਟ੍ਰਾਇੰਗਲ ਦੇ ਆਕਾਰ ਦੇ ਵਿੱਚ ਫਿੱਟ ਕਿਵੇਂ ਹੋ ਸਕਦੀਆਂ ਸੰਖਿਆਵਾਂ? ਆ ਜਾਓ। ਕਹਿੰਦੇ ਸਭ ਤੋਂ ਵੱਡੀ ਗੱਲ ਇਹ ਆ ਤ੍ਰਿਭੁਜ ਦੇ ਆਕਾਰ 'ਚ ਫਿੱਟ ਹੋਣ ਵਾਲੀਆਂ ਸੰਖਿਆਵਾਂ ਕਿਵੇਂ ਹੁੰਦੀਆਂ ਹੈ। ਸਭ ਤੋਂ ਪਹਿਲੀ ਗੱਲ, ਜੇ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਇੱਕ ਸੰਖਿਆ ਇਹ ਆਪਣੇ ਆਪ 'ਚ ਇੱਕ ਬਿੰਦੂ ਆ, ਬਿੰਦੂ ਵੀ ਆਪਣੇ ਆਪ 'ਚ ਇੱਕ ਤ੍ਰਿਭੁਜ ਹੁੰਦਾ ਹੈ, ਫਿਰ 3 ਨੰਬਰ ਹੋਣ, ਫਿਰ 1 2 3 4 5 6, ਫਿਰ ਐਵੇਂ ਹੋਣ, ਫਿਰ ਇਸ ਤੋਂ ਬਾਅਦ 1 2 3 4, ਆ ਦੇਖੋ ਜੀ, ਜਾਂ ਇਸ ਤਰੀਕੇ ਨਾਲ ਜਾਂ ਇਸ ਤਰੀਕੇ ਨਾਲ, ਪਹਿਲੀ 'ਚ 1 ਦੂਜੀ 'ਚ 2 ਤੀਜੀ 'ਚ 3 ਚੌਥੀ 'ਚ 4। ਇਹਦਾ ਮਤਲਬ ਤ੍ਰਿਭੁਜਕਾਰ ਸੰਖਿਆਵਾਂ ਉਹ ਹੁੰਦੀਆਂ ਹੈ ਜਿਹੜੀਆਂ ਆਪਣੇ ਆਪ 'ਚ ਇੱਕ ਤ੍ਰਿਭੁਜ ਦੀ ਸ਼ੇਪ ਦੇ ਵਿੱਚ, ਉਹਦੀ ਸ਼ਕਲ ਦੇ ਵਿੱਚ ਆ ਜਾਣ, ਜਾਂ 1 ਜਾਂ 6 ਜਾਂ 4 ਜਾਂ 10 ਤੇ ਜਾਂ 15। ਹੁਣ ਤੁਹਾਡੇ ਦਿਮਾਗ 'ਚ ਆਊਗਾ ਕਿ ਸਰ ਜੇ ਪੇਪਰ 'ਚ ਕੱਢਣ ਆ ਗਿਆ ਕਿ ਕੀ 24 27 ਤੇ ਆਪਾਂ ਨੂੰ ਕਿਸੇ ਨੇ ਕਹਿਤਾ 24 27, ਠੀਕ ਆ, ਤੇ ਆਪਾਂ ਨੂੰ ਕਿਸੇ ਨੇ ਕਹਿਤਾ 35 ਤੇ 40, ਇਹਨਾਂ 'ਚੋਂ ਕਿਹੜੀ ਸੰਖਿਆ ਤ੍ਰਿਭੁਜਕਾਰ ਹੈ? ਤਾਂ ਤੁਸੀਂ ਇੱਕ ਗੱਲ ਯਾਦ ਰੱਖਿਓ, ਤ੍ਰਿਭੁਜਕਾਰ ਸੰਖਿਆ ਕਿਵੇਂ ਨਿਕਲਦੀ ਆ। ਤੋ ਕਿਹੜੀਆਂ-ਕਿਹੜੀਆਂ ਸੰਖਿਆਵਾਂ ਤ੍ਰਿਭੁਜਕਾਰ ਹੋ ਸਕਦੀਆਂ? ਮੈਂ ਕਾਫੀ ਸੰਖਿਆਵਾਂ ਇੱਥੇ ਲਿਖ ਦਿੰਦਾ ਤਾਂ ਕਿ ਤੁਸੀਂ ਯਾਦ ਕਰ ਲਓ, ਨਹੀਂ ਤਾਂ ਮੈਂ ਤੁਹਾਨੂੰ ਕੱਢਣੀਆਂ ਸਿਖਾ ਦਾਂ, ਤੁਹਾਨੂੰ ਕੱਢਣੀਆਂ ਆ ਜਾਣ ਕਿ ਤ੍ਰਿਭੁਜਕਾਰ ਸੰਖਿਆਵਾਂ ਕਿਵੇਂ ਕੱਢੀ ਦੀਆਂ। 0 ਨੂੰ 1 ਨਾਲ ਗੁਣਾ ਕਰੋ ਤੇ 2 ਨਾਲ ਭਾਗ ਕਰ ਦਿਓ, ਠੀਕ ਆ। ਸਭ ਤੋਂ ਪਹਿਲੀ ਗੱਲ, 0 ਨੂੰ 1 ਨਾਲ ਗੁਣਾ ਕਰੋ, 2 ਨਾਲ ਭਾਗ ਕਰ ਦਿਓ, ਆਨਸਰ 0 ਆ ਗਿਆ। ਫਿਰ 1 ਨੂੰ 2 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 1। ਫਿਰ 2 ਨੂੰ 3 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਐਵੇਂ ਭਾਗ ਕਰੀ ਜਾਓ, ਆਨਸਰ ਆ ਗਿਆ 3। ਫਿਰ 3 ਨੂੰ 4 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 6। ਫਿਰ 4 ਨੂੰ 5 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆ ਗਿਆ ਆਨਸਰ 10। ਫਿਰ 5 ਨੂੰ 6 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 15। ਫਿਰ 6 ਨੂੰ 7 ਨਾਲ ਭਾਗ ਕਰਕੇ 2 ਨਾਲ ਗੁਣਾ ਕਰ ਦਿਓ, ਆਨਸਰ ਆ ਗਿਆ 21। ਫਿਰ 7 ਨੂੰ 8 ਨਾਲ ਭਾਗ ਕਰਕੇ 2 ਨਾਲ ਗੁਣਾ ਕਰ ਦਿਓ, ਆਨਸਰ ਆ ਗਿਆ 28। ਫਿਰ ਆਪਾਂ ਨੂੰ ਕਿਸੇ ਨੇ ਕਹਿਤਾ 8 ਨੂੰ 9 ਨਾਲ ਭਾਗ ਕਰਕੇ 2 ਨਾਲ ਗੁਣਾ ਕਰ ਦਿਓ, ਆਨਸਰ ਆ ਗਿਆ 36। ਫਿਰ 9 ਨੂੰ 10 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 45। ਫਿਰ 10 ਨੂੰ 11 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 55। ਫਿਰ 11 ਨੂੰ 12 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, ਆਨਸਰ ਆ ਗਿਆ 66। ਫਿਰ 12 ਨੂੰ 13 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, 13 5 13 6 78। ਫਿਰ 13 ਨੂੰ 14 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, 13 7 91। ਫਿਰ 14 ਨੂੰ 15 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, 15 × 7 ਆ ਗਿਆ ਆਪਣੇ ਕੋਲ 15 ਭਾਜੇ 15 × 7, 15 7 105। ਫਿਰ 15 ਨੂੰ 16 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਦਿਓ, 15 8 120। ਆਹ ਸੰਖਿਆਵਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਤ੍ਰਿਭੁਜ ਬਣ ਸਕਦੀਆਂ। ਕਿਵੇਂ? 1 ਨੂੰ 2 ਨਾਲ ਗੁਣਾ ਕਰਕੇ 2 ਨਾਲ ਭਾਗ, 2 ਨੂੰ 3 ਨਾਲ ਗੁਣਾ ਕਰਕੇ 2 ਨਾਲ ਭਾਗ, 3 ਨੂੰ 4 ਨਾਲ ਗੁਣਾ ਕਰਕੇ 2 ਨਾਲ ਭਾਗ, 4 ਨੂੰ 5 ਨਾਲ ਗੁਣਾ ਕਰਕੇ 2 ਨਾਲ ਭਾਗ, 5 ਨੂੰ 6 ਨਾਲ ਗੁਣਾ ਕਰਕੇ 2 ਨਾਲ ਭਾਗ। ਐਵੇਂ ਕਰਦੇ ਕਰਦੇ ਮੈਂ 15 ਨੂੰ 16 ਨਾਲ ਗੁਣਾ ਕਰਕੇ 2 ਨਾਲ ਭਾਗ ਕਰ ਕਰਕੇ ਦਿਖਾਤਾ। ਪੇਪਰ 'ਚ ਆ ਗਿਆ ਕਿ ਹੇਠ ਲਿਖਿਆਂ ਵਿੱਚੋਂ 28 58 55 91 ਤੇ 110 100 ਇਹਨਾਂ 'ਚੋਂ ਕਿਹੜੀ ਤ੍ਰਿਭੁਜਕਾਰ ਸੰਖਿਆ ਨਹੀਂ ਗਈ? ਤਾਂ 100 ਨਹੀਂ ਹੋਊਗੀ। ਉਮੀਦ ਕਰਦਾ ਕਿ ਜਿੱਥੋਂ ਤੱਕ ਦੀ ਮੈਂ ਗੱਲ ਸਮਝਾਈ ਆ ਤ੍ਰਿਭੁਜਕਾਰ ਸੰਖਿਆ, ਇਹ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ। ਸੋ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਇਹ ਗੱਲ ਸਮਝਾਈ ਆ ਕਿ ਪੇਪਰ ਦੇ ਵਿੱਚ ਜੇ ਇਸ ਪ੍ਰਕਾਰ ਦੇ ਸਵਾਲ ਆ ਗਏ, ਪੇਪਰ ਦੇ ਵਿੱਚ ਜੇ ਇਸ ਪ੍ਰਕਾਰ ਦੇ ਸਵਾਲ ਆ ਗਏ ਤੇ ਅਸੀਂ ਇਸ ਪ੍ਰਕਾਰ ਦੇ ਸਵਾਲਾਂ ਨੂੰ ਹੱਥ ਕਿਵੇਂ ਪਾਉਣਾ ਹੈ। ਉਮੀਦ ਕਰਦਾ ਕਿ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆਈ ਹੋਊਗੀ। ਜੇ ਮੈਨੂੰ ਕੋਈ ਪੁੱਛੇ
ਛੋਟੀ ਤੋਂ ਛੋਟੀ ਪੂਰਨ ਸੰਖਿਆ ਤੁਸੀਂ ਕਹੋਗੇ 0, ਛੋਟੀ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ ਤੁਸੀਂ ਕਹੋਗੇ 1। ਉਸ ਤੋਂ ਬਾਅਦ ਹਜੇ ਆਹ ਦੋ ਚੀਜ਼ਾਂ ਮੈਂ ਕਰਾਈਆਂ ਨਹੀਂ, ਠੀਕ ਆ। ਜਿਹੜੇ ਕਿਰਾਏ ਆ ਜਾਂ ਜਿਹੜੇ ਹਿੱਸੇ ਨੂੰ ਮੈਂ ਕਵਰ ਕੀਤਾ ਹੈ ਉਹਦੇ 'ਚੋਂ ਤੁਹਾਡੇ ਕੋਲ ਕਿਵੇਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ। ਕਹਿੰਦੇ 3 ਅੰਕਾਂ ਦੀ 3 ਅੰਕੀ ਵੱਡੀ ਤੋਂ ਵੱਡੀ 3 ਅੰਕਾਂ ਦੀ ਸੰਖਿਆ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਵੱਡੀ ਤੋਂ ਵੱਡੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਛੋਟੀ ਤੋਂ ਛੋਟੀ, ਠੀਕ ਆ। ਆਹ ਦੋ ਗੱਲਾਂ ਮੈਂ ਤੁਹਾਡੇ ਦਿਮਾਗ 'ਚ ਫਿੱਟ ਕਰਨੀਆਂ ਚਾਹੁੰਦਾ, ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ। ਪਰ ਇਹ ਗੱਲਾਂ ਫਿੱਟ ਕਰਨ ਵਾਸਤੇ ਮੈਨੂੰ ਬੋਰਡ ਦਾ ਸਹਾਰਾ ਲੈਣਾ ਪੈਣਾ ਹੈ। ਆ ਜਾਓ, ਸਭ ਤੋਂ ਪਹਿਲਾਂ ਆਪਾਂ ਬੋਰਡ ਤੇ ਚੱਲਦੇ ਹਾਂ। ਇੰਗਲਿਸ਼ 'ਚ ਮੈਂ ਲਿਖੂੰਗਾ ਲਾਰਜੈਸਟ, ਮਤਲਬ ਕਿ ਇੰਗਲਿਸ਼ 'ਚ ਲਿਖੂੰਗਾ ਮੈਂ ਛੋਟੀ ਤੋਂ ਛੋਟੀ, ਮਤਲਬ ਸਮਾਲੈਸਟ। ਇੱਥੋਂ ਤਾਂ ਲਿਖੂੰਗਾ ਮੈਂ ਵੱਡੀ ਤੋਂ ਵੱਡੀ, ਲਾਰਜੈਸਟ, ਵੱਡੀ ਤੋਂ ਵੱਡੀ। ਜੇ ਮੈਨੂੰ ਕੋਈ ਕਵੇ ਕਿ ਵੱਡੀ ਤੋਂ ਵੱਡੀ ਜਾਂ ਛੋਟੀ ਤੋਂ ਛੋਟੀ, 2 ਅੰਕਾਂ ਵਾਲੀ, 3 ਅੰਕਾਂ ਵਾਲੀ, 2 ਅੰਕਾਂ ਵਾਲੀ, 3 ਅੰਕਾਂ ਵਾਲੀ, 4 ਅੰਕਾਂ ਵਾਲੀ, 5 ਅੰਕਾਂ ਵਾਲੀ ਤੇ ਛੋਟੀ ਤੋਂ ਛੋਟੀ। ਹੁਣ ਦੇਖੋ 2 ਅੰਕ, 2 ਅੰਕਾਂ 'ਚ ਕੀ ਪਾਇਆ ਸਕਦਾ ਹੈ? 2 ਅੰਕਾਂ 'ਚ 42 ਵੀ ਲਿਖਿਆ ਜਾ ਸਕਦਾ ਹੈ, 2 ਅੰਕਾਂ 'ਚ 88 ਵੀ ਲਿਖਿਆ ਜਾ ਸਕਦਾ ਹੈ। ਛੋਟੀ ਤੋਂ ਛੋਟੀ 2 ਅੰਕਾਂ ਵਾਲੀ ਸੰਖਿਆ 10 ਹੁੰਦੀ ਹੈ ਤੇ ਵੱਡੀ ਤੋਂ ਵੱਡੀ 2 ਅੰਕਾਂ ਵਾਲੀ ਸੰਖਿਆ 99। ਤੁਸੀਂ ਕਹੋਗੇ ਸਰ ਇਸ ਤੋਂ ਵੱਡੇ ਦੀ ਲਿਖ ਲਓ ਕੋਈ, ਫਿਰ 100 ਬਣ ਜਾਊਗਾ, ਉਹ 'ਚ ਅੰਕ 3 ਹੋ ਜਾਣਗੇ। ਇਕਾਈ, ਦਹਾਈ, ਉਹ 'ਚ ਸੈਂਕੜਾ ਵੀ ਆ ਜਾਊਗਾ। ਸੈਂਕੜਾ ਮਤਲਬ ਜਿਹੜਾ ਤੀਜੇ ਨੰਬਰ ਵਾਲਾ ਅੰਕ ਹੁੰਦਾ ਹੈ। 3 ਅੰਕਾਂ ਵਾਲੀ ਛੋਟੀ ਤੋਂ ਛੋਟੀ 100, ਵੱਡੀ ਤੋਂ ਵੱਡੀ 999। 4 ਅੰਕਾਂ ਵਾਲੀ ਛੋਟੀ ਤੋਂ ਛੋਟੀ 1 ਦੇ ਮਗਰ 3 ਜ਼ੀਰੋਆਂ ਤੇ ਵੱਡੀ ਤੋਂ ਵੱਡੀ 4 9। ਛੋਟੀ ਤੋਂ ਛੋਟੀ 5 ਅੰਕਾਂ ਵਾਲੀ ਸੰਖਿਆ 1 ਦੇ ਮਗਰ 4 ਜ਼ੀਰੋਆਂ ਪਾ ਦਿਆ ਕਰੋ ਤੇ ਵੱਡੀ ਤੋਂ ਵੱਡੀ 5 ਅੰਕਾਂ ਵਾਲੀ ਸੰਖਿਆ 9 ਨੂੰ ਹੀ 5 ਵਾਰ ਪਾ ਦਿਆ ਕਰੋ। ਆਹ ਮੈਂ ਤੁਹਾਨੂੰ ਗੱਲ ਦੱਸਤੀ। ਜੇ ਮੈਂ ਤੁਹਾਨੂੰ ਪੁੱਛਾਂ ਕਿ ਵੱਡੇ ਤੋਂ ਵੱਡੀ 4 ਸੰਖਿਆ ਵਾਲੀ ਅੰਕਾਂ ਵਾਲੀ ਸੰਖਿਆ ਦਾ ਅਗੇਤਰ ਦੱਸੋ, ਵੱਡੀ ਤੋਂ ਵੱਡੀ 4 ਅੰਕਾਂ ਵਾਲੀ ਸੰਖਿਆ, ਤੁਸੀਂ ਕਹੋਗੇ ਸਰ ਵੱਡੀ ਤੋਂ ਵੱਡੀ 4 ਅੰਕਾਂ ਵਾਲੀ ਸੰਖਿਆ ਆਹੀ ਆ। ਤੁਸੀਂ ਇਹਦਾ ਅਗੇਤਰ ਪੁੱਛਿਆ, ਮੈਂ ਇਹਦੇ 'ਚ 1 ਜੋੜ ਦਿੰਦਾ। 9 ਇਹਦੇ 'ਚ 1 ਜੋੜੋ, 9999 'ਚ 1 ਜੋੜੋਗੇ ਤਾਂ ਸਿੱਧਾ 10,000 ਆ ਜਾਊਗਾ। ਐਵੇਂ ਦੇ ਸਵਾਲ ਪੇਪਰ 'ਚ ਆ ਸਕਦੇ ਆ। ਛੋਟੀ ਤੋਂ ਛੋਟੀ 3 ਅੰਕਾਂ ਵਾਲੀ ਸੰਖਿਆ ਦਾ ਪਿਛੇਤਰ ਕੀ ਹੋਊਗਾ? ਉਹਦੇ 'ਚੋਂ 1 ਘਟਾ ਦਿਓ, 99 ਆ ਜਾਊਗਾ। ਐਵੇਂ ਦੇ ਸਵਾਲ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦੇ ਆ। ਅਗੇਤਰ ਪਿਛੇਤਰ 'ਚੋਂ ਸਵਾਲ ਬਣ ਸਕਦੇ ਆ। ਆ ਜਾਓ ਹੁਣ ਆਪਾਂ ਉਸ ਸਵਾਲ ਦਾ ਹੱਲ ਕਰੀਏ ਜਿਹੜਾ ਸਵਾਲ ਸਾਨੂੰ ਪੁੱਛਿਆ ਗਿਆ। ਵੱਡੀ ਤੋਂ ਵੱਡੀ 3 ਅੰਕਾਂ ਵਾਲੀ ਸੰਖਿਆ, ਵੱਡੀ ਤੋਂ ਵੱਡੀ 3 ਅੰਕਾਂ ਵਾਲੀ ਸੰਖਿਆ ਹੁੰਦੀ ਆ 999। ਉਸ ਦਾ ਅਗੇਤਰ ਦੱਸੋ। 1 ਜੋੜ ਦਿਓ, 999 'ਚ 1 ਜੋੜੋਗੇ ਤਾਂ ਕੀ ਆ ਜਾਊਗਾ? 999 'ਚ 1 ਜੋੜੋਗੇ ਤਾਂ ਆ ਜਾਊਗਾ 1000। ਆ ਚੱਕੋ ਜੀ, ਆਪਣੇ ਕੋਲ 1000 ਆਨਸਰ ਆ ਗਿਆ। ਸੋ ਹੁਣ ਤੱਕ ਜੋ ਗੱਲ ਮੈਂ ਤੁਹਾਨੂੰ ਸਮਝਾਈ ਆ ਉਹਦੇ 'ਚ ਮੈਂ ਤੁਹਾਨੂੰ ਸਿਰਫ ਤੇ ਸਿਰਫ ਹਜੇ ਇਹ ਗੱਲ ਦੱਸਣੀ ਸਿਖਾਈ ਆ ਕਿ ਆਪਾਂ ਕਿਵੇਂ ਅਗੇਤਰ ਪਿਛੇਤਰ ਕੱਢ ਸਕਦੇ ਆ। ਠੀਕ ਆ, ਅਜੇ ਮਸਲਾ ਸਾਡਾ ਸਿਰਫ ਅਗੇਤਰਾਂ ਪਿਛੇਤਰਾਂ ਤੱਕ ਸੀਗਾ। ਪੂਰਨ ਸੰਖਿਆ, ਸੰਪੂਰਨ ਸੰਖਿਆ, ਪ੍ਰਕ੍ਰਿਤਿਕ ਸੰਖਿਆ, ਜੋੜ ਘਟਾਓ ਵਾਲੇ ਪਾਸੇ ਅਜੇ ਪਏ ਨਹੀਂ। ਠੀਕ ਆ, ਸੋ ਅਸੀਂ ਹਜੇ ਜੋੜ ਘਟਾਓ ਵਾਲੇ ਪਾਸੇ ਪਏ ਨਹੀਂ, ਸਿਰਫ ਉਹਦੇ ਨਾਲ ਸੰਬੰਧਿਤ ਹੀ ਸਵਾਲ ਜਿਹੜੇ ਆ ਉਹਨਾਂ ਨੂੰ ਅਸੀਂ ਹੱਲ ਕਰ ਰਹੇ ਹਾਂ। ਠੀਕ ਆ, ਕਿਉਂਕਿ ਜੋੜਨਾ ਘਟਾਉਣਾ ਤੇ ਅਸੀਂ ਹਜੇ ਉਲਝੇ ਹੀ ਨਹੀਂ। ਜੋੜਨਾ ਘਟਾਉਣਾ ਤੇ ਆਪਾਂ ਅਗਲੇ ਲੈਕਚਰ 'ਚ ਸਟਾਰਟ ਕਰਾਂਗੇ ਕਿ ਕਿਸੇ ਚੀਜ਼ ਨੂੰ ਕਿਸੇ 'ਚ ਜੋੜਨਾ ਹੈ ਤਾਂ ਕਿਵੇਂ ਜੋੜਨਾ ਹੈ। ਅਸਲ ਦੇ ਵਿੱਚ ਅਸੀਂ ਮੈਥ ਨੂੰ 6ਵੀਂ ਜਮਾਤ ਤੋਂ ਹੀ ਛੱਡ ਦਿੰਦੇ ਹਾਂ ਜਾਂ ਹਥਿਆਰ ਸਿੱਟ ਦਿੰਦੇ ਹਾਂ। 6ਵੀਂ 7ਵੀਂ ਤੇ 8ਵੀਂ ਕਲਾਸ ਦਾ ਹਿਸਾਬ ਜਾਂ ਮੈਥ ਇੱਕ ਮਜ਼ਬੂਤ ਆਧਾਰ ਬਣਾਉਂਦਾ ਹੈ ਬੱਚਿਆਂ ਦੀ ਤਿਆਰੀ 'ਚ, ਤੇ ਬੱਚੇ ਉਸੇ ਮੈਥ ਨੂੰ ਛੱਡ ਦਿੰਦੇ ਆ। ਸੋ ਅਸੀਂ ਉਸੇ ਮੈਥ ਨੂੰ ਚੱਕ ਰਹੇ ਹਾਂ। ਆ ਜਾਓ ਦੱਸੋ -4 ਤੇ ਇਹਨਾਂ ਹੇਠ ਲਿਖਿਆਂ 'ਚੋਂ ਗਲਤ ਕਥਨ ਪਤਾ ਕਰਨਾ ਹੈ ਕਿਹੜਾ ਹੈ। ਇਹਨਾਂ 'ਚੋਂ ਕਿਹੜਾ ਕਥਨ ਗਲਤ ਆ? ਕਹਿੰਦਾ -4 -5 ਤੋਂ ਵੱਡਾ ਹੈ। ਹੁਣ ਦੱਸੋ, ਇੱਕ ਪਾਸੇ -4 ਹੋਵੇ, ਇੱਕ ਪਾਸੇ -5 ਹੋਵੇ, ਅਸਲ 'ਚ ਵੱਡਾ ਕਿਹੜਾ ਹੋਣਾ ਚਾਹੀਦਾ ਹੈ? ਜੇ ਦੋਵਾਂ ਦੇ ਅੱਗੇ ਮਾਈਨਸ ਚਿੰਨ੍ਹ ਨਾ ਲੱਗਾ ਹੁੰਦਾ ਤੇ ਬਿਨਾਂ ਸੋਚੇ 5 4 ਤੋਂ ਵੱਡਾ ਸੀ। ਪਰ ਜੇ ਦੋਵਾਂ 'ਚੋਂ ਆਪਾਂ ਨੂੰ ਪਤਾ ਹੈ ਕਿ ਦੋਵਾਂ ਦੇ ਅੱਗੇ ਮਾਈਨਸ ਲੱਗਿਆ ਹੈ ਤਾਂ ਫਿਰ ਜਿਹੜਾ ਛੋਟਾ ਲੱਗਦਾ ਹੈ ਉਹ ਵੱਡਾ ਹੁੰਦਾ ਹੈ। ਸੋ ਉਹਨਾਂ ਨੇ ਪੁੱਛਿਆ ਇਹਨਾਂ 'ਚੋਂ ਗਲਤ ਕਿਹੜਾ ਹੈ। ਆ ਲਓ ਜੀ, ਪਹਿਲੇ ਵਾਲਾ ਤਾਂ ਸਹੀ ਨਿਕਲਿਆ ਹੈ।
एक -4 आ ते एक 5 आ, -4 ਤੇ 5 ਇਹ ਦੂਸਰੀ ਰਕਮ ਆ। ਬਿਨਾਂ ਸੋਚੇ ਜੇ ਇੱਕ ਦੇ ਅੱਗੇ ਪਲੱਸ ਆ ਇੱਕ ਦੇ ਅੱਗੇ ਮਾਈਨਸ ਆ ਤੇ ਪੱਕੀ ਗੱਲ ਆ ਪਲੱਸ ਵਾਲਾ ਵੱਡਾ ਹੋਊਗਾ, ਸੋਚਣ ਦੀ ਲੋੜ ਹੀ ਨਹੀਂ। ਤੀਸਰੇ ਨੰਬਰ ਤੇ ਆ ਜਾਓ, ਇੱਕ ਆਪਣੇ ਕੋਲ ਹੈਗਾ ਹੈ 4, ਇੱਕ ਆਪਣੇ ਕੋਲ ਹੈਗਾ ਹੈ -5। ਜਦੋਂ ਇੱਕ ਦੇ ਅੱਗੇ ਪਲੱਸ ਲੱਗਿਆ ਹੋਇਆ, ਜਿਹਦੇ ਅੱਗੇ ਕੁਝ ਨਹੀਂ ਹੁੰਦਾ ਉਹਦੇ ਅੱਗੇ ਮੰਨ ਲਓ ਪਲੱਸ ਹੀ ਹੁੰਦਾ ਹੈ, ਠੀਕ ਆ। ਸੋ ਬਿਨਾਂ ਸੋਚੇ 4 ਵੱਡਾ ਹੋਊਗਾ। ਸੋ ਇੱਥੇ ਗੜਬੜ ਕਰਤੀ ਇਹਨਾਂ ਨੇ, ਆਹ ਗਲਤ ਆ। ਜਦੋਂ ਆਪਾਂ ਨੂੰ ਕਹਿਤਾ ਕਿ ਇੱਕ ਪਲੱਸ ਆ ਇੱਕ -5 ਆ, ਠੀਕ ਆ, ਇੱਕ ਪਲੱਸ ਆ ਇੱਕ -5 ਆ, ਫਿਰ ਆਪਾਂ ਨੂੰ ਪਤਾ ਆਹ ਵੱਡਾ ਸੀਗਾ। ਸੋ ਤੀਸਰੇ ਵਾਲਾ ਕੀ ਹੋ ਗਿਆ, ਗਲਤ ਹੋ ਗਿਆ। ਸੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹੀ ਸਿਖਾਇਆ ਕਿ ਤੁਸੀਂ ਪਹਿਲਾਂ ਤਾਂ ਵੱਡੇ ਛੋਟੇ ਦੀ ਪਹਿਚਾਣ ਕਰੋ, ਬਾਕੀ ਤਾਂ ਗੱਲਾਂ ਹੀ ਬਾਅਦ 'ਚ। ਤੇ ਇੱਕ ਆਪਣੀ ਕਾਪੀ ਤੇ ਨੋਟ ਕਰ ਲਿਓ ਸੰਪੂਰਨ ਸੰਖਿਆਵਾਂ, ਪੂਰਨ ਸੰਖਿਆਵਾਂ, ਪ੍ਰਕ੍ਰਿਤਿਕ ਸੰਖਿਆਵਾਂ। ਫਿਰ ਉਸ ਤੋਂ ਬਾਅਦ ਤੁਹਾਨੂੰ ਸੰਖਿਆਵਾਂ ਦਾ ਹਿਸਾਬ ਕਿਤਾਬ ਲੱਗੇ ਕਿ ਬਈ ਕਿਵੇਂ ਅਗੇਤਰ ਕੀ ਹੁੰਦਾ ਹੈ, ਪਿਛੇਤਰ ਕੀ ਹੁੰਦਾ ਹੈ। ਅੱਗੇ ਆ ਜਾਓ ਹੁਣ, ਕਹਿੰਦਾ ਵੱਧਦੇ ਕਰਮ ਚ ਲਾਓ। ਵੱਧਦੇ ਕਰਮ ਦਾ ਮਤਲਬ ਕਿ ਜਿਵੇਂ ਜਿਵੇਂ ਉਹ ਸੱਜੇ ਪਾਸੇ ਨੂੰ ਲਿਖੀ ਜਾਈਏ ਵੱਧਦੇ ਜਾਣ। 0 ਤੋਂ ਵੱਡਾ 1 ਤੇ 1 ਤੋਂ ਵੱਡਾ -1, ਕੀ ਇਹ ਸਹੀ ਆ, ਗਲਤ। -1 ਤੋਂ ਵੱਡਾ -2, ਬਿਲਕੁਲ ਗਲਤ। ਕਿਉਂਕਿ ਆਪਾਂ ਨੂੰ ਨੰਬਰ ਰੇਖਾ ਵਾਲਿਆ ਕਰੋ, ਇੱਥੇ 0, ਇੱਥੇ 1, ਇੱਥੇ 2, ਇੱਥੇ 3, -1, ਇੱਧਰ -2, ਇੱਧਰ -3। ਗੌਰ ਕਰਿਓ, -1 ਤੋਂ ਵੱਡਾ 0 ਗਈ, ਸਹੀ ਗੱਲ ਆ। -1 ਤੋਂ ਵੱਡਾ 0 ਤੇ 0 ਤੋਂ ਵੱਡਾ 1, 0 ਤੋਂ ਵੱਡਾ 1। ਅਸਲ 'ਚ ਆ ਸੀ ਆਪਸ਼ਨ ਇਹੋ ਜਿਹੀ ਆ ਜਿਹੜੀ ਵੱਧਦੇ ਕਰਮ 'ਚ ਆ। ਅਗਲੀ ਵੀ ਗਲਤ ਆ। -1 ਤੋਂ ਵੱਡਾ 1 ਹੁੰਦਾ ਹੈ, ਪਤਾ ਹੈ। -1 ਤੋਂ ਵੱਡਾ 1 ਉਧਰ ਨੂੰ ਵੱਧਦਾ। ਕਹਿੰਦਾ 1 ਤੋਂ ਵੱਡਾ -2, 1 ਤੋਂ ਵੱਡਾ -2 ਕਿਵੇਂ ਹੋ ਗਿਆ, ਤੁਸੀਂ ਤਾਂ ਵਾਪਸ ਆ ਗਏ। ਸੋ ਆਹ ਡੀ ਆਪਸ਼ਨ ਵੀ ਗਲਤ ਹੋ ਗਈ, ਬੀ ਵੀ ਗਲਤ ਸੀ, ਏ ਵੀ ਗਲਤ ਸੀ, ਸੀ ਸਹੀ ਸੀ। ਸਾਬਤ ਕਰਕੇ ਦਿਖਾ ਰਿਹਾ ਮੈਂ ਕਿਵੇਂ ਆ। ਅਗਲੀ ਗੱਲ ਕਹਿੰਦਾ ਇਹਨਾਂ 'ਚੋਂ ਸਹੀ ਕਿਹੜਾ ਹੈ। ਇੱਕ ਪਾਸੇ -8 ਆ, ਇੱਕ ਪਾਸੇ -7 ਆ। ਦੋਵਾਂ ਦੇ ਅੱਗੇ ਮਾਈਨਸ ਚਿੰਨ੍ਹ ਲੱਗਾ ਹੋਵੇ ਤਾਂ ਛੋਟੇ ਵਾਲੀ ਵੈਲਿਊ ਵੱਡੀ ਹੁੰਦੀ ਆ ਤੇ ਵੱਡੇ ਵਾਲੀ ਛੋਟੀ ਹੁੰਦੀ ਆ। ਦੋਵਾਂ 0 ਤੇ 1 ਚੋਂ 0 ਵੱਡੀ ਆ, ਇਹ ਗਲਤ ਆ। -1 ਤੇ 0 ਚੋਂ 0 ਵੱਡੀ ਹੁੰਦੀ ਆ, ਤੁਸੀਂ ਆਪ ਦੇਖੋ। 0 ਤੋਂ 1 ਵੱਡਾ ਹੈ, 0 ਤੋਂ 1 ਵੱਡਾ ਹੈ। ਸੋ 0 1 -1 ਤੋਂ ਵੱਡੀ ਆ, ਸਹੀ ਆ। -2 4 ਤੋਂ ਵੱਡਾ ਹੋ ਹੀ ਨਹੀਂ ਸਕਦਾ। ਕੋਈ ਨੈਗੇਟਿਵ ਚਿੰਨ੍ਹ ਵਾਲਾ ਨੰਬਰ ਕਿਸੇ ਪਲੱਸ ਵਾਲੇ ਚਿੰਨ੍ਹ ਵਾਲੇ ਨੰਬਰ ਤੋਂ ਵੱਡਾ ਹੋ ਹੀ ਨਹੀਂ ਸਕਦਾ। ਇਹ ਮੈਂ ਪਹਿਲਾਂ ਹੀ ਸਮਝਾ ਚੁੱਕਿਆ। ਸੋ ਉਮੀਦ ਕਰਦਾ ਕਿ ਇੱਥੋਂ ਤੱਕ ਦਾ ਜਿਹੜਾ ਮੈਥ ਆ ਉਹ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਉਸ ਤੋਂ ਬਾਅਦ ਆਪਣੇ ਅੱਗੇ ਸਾਰੇ ਸਵਾਲ ਜੋੜ, ਘਟਾਓ, ਦਸ਼ਮਲਵ ਵਗੈਰਾ ਜਾਂ ਗੁਣਾ ਵਗੈਰਾ ਦੇ ਹਿਸਾਬ ਨਾਲ ਸੰਬੰਧਿਤ ਹੋ ਚੁੱਕੇ ਆ। ਪਰ ਉਮੀਦ ਕਰਦਾ ਕਿ ਇੱਥੋਂ ਤੱਕ ਦਾ ਜਿਹੜਾ ਮੈਥ ਆ ਜਿਹਦੇ 'ਚ ਕਿ ਆਪਾਂ ਇਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਆ, ਠੀਕ ਆ, ਇਹ ਤੁਹਾਨੂੰ ਚੰਗੀ ਤਰ੍ਹਾਂ ਮੈਂ ਮੰਨ ਕੇ ਚੱਲਦਾ ਕਿ ਤੁਹਾਨੂੰ ਨਾ ਇਸ ਮੈਥ ਨੂੰ ਚੰਗੀ ਤਰ੍ਹਾਂ ਤੁਹਾਨੂੰ ਇਸ ਮੈਥ ਦੀ ਜਾਣਕਾਰੀ ਹੋ ਗਈ ਹੋਊਗੀ, ਠੀਕ ਆ। ਕਿਉਂਕਿ ਇਸ ਮੈਥ ਦੇ ਵਿੱਚ ਹੁਣ ਤੱਕ ਅਸੀਂ ਇੱਕ ਚੀਜ਼ ਜਿਹੜੀ ਆ ਉਹ ਜ਼ੋਰ ਲਾਇਆ ਕਿ ਤੁਹਾਨੂੰ ਹਰ ਇੱਕ ਚੀਜ਼ ਦਾ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਸਵਾਲਾਂ ਨੂੰ ਕਰਨਾ ਹੈ, ਠੀਕ ਆ। ਸੋ ਇਸ ਮੈਥ ਨੂੰ ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ ਤੇ ਇਸ ਮੈਥ ਤੋਂ ਬਾਅਦ 'ਚ ਆਪਾਂ ਅਗਲਾ ਲੈਕਚਰ ਲਾਵਾਂਗੇ। ਸੋ ਉਮੀਦ ਕਰਦਾ ਕਿ ਇਹ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ, ਠੀਕ ਆ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।